ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ। ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੈ ਬਖਸ਼। ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੈ ਬਖਸ਼। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਅਸੀਂ ਸਾਰੇ ਹੀ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਜੀ, ਜੋ ਪਿਛਲੇ ਦਿਨੀ ਰੱਬੀ ਹੁਕਮ ਦੇ ਮੁਤਾਬਕ ਅਕਾਲ ਚਲਾਣਾ ਕਰ ਸਨ, ਉਹਨਾਂ ਦੇ ਨਿਮਿਤ ਪਰਿਵਾਰ ਵੱਲੋਂ ਜੋ ਅੰਤਮ ਅਰਦਾਸ ਸਮਾਗਮ ਕਰਵਾਏ ਜਾ ਰਹੇ ਹਨ। ਜਿੰਨੀ ਕਿਸੇ ਦੀ ਇਸ ਪਰਿਵਾਰ ਨਾਲ ਨੇੜਤਾ ਹੈ, ਸਨੇਹ ਹੈ, ਲਗਾਓ ਹੈ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸਤਿਗੁਰੂ ਵਿੱਚ ਗੁਰੂ ਸੰਗਤ ਦੀ ਜੁਗ ਦੁਆਰਾ ਜੁੜ ਬੈਠੇ ਹਾਂ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਲੋਪੋਕੇ, ਹਜੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਪਾਸੋਂ ਆਪ ਜੀ ਨੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿਰਾਗਮਈ ਕੀਰਤਨ ਸਰਵਣ ਕੀਤੇ ਹਨ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਅੰਦਰ ਦੋ ਕਿਰਿਆਵਾਂ ਨਿਤਾ ਪ੍ਰਤੀ ਵਰਤ ਰਹੀਆਂ ਨੇ। ਇੱਕ ਹੈ ਸੰਸਾਰੀ ਜੀਵਾਂ ਦਾ ਜਨਮ ਲੈ ਕੇ ਸੰਸਾਰ ਤੇ ਆਉਣਾ, ਦੂਸਰਾ ਜਦੋਂ ਰੱਬੀ ਹੁਕਮ ਦੇ ਮੁਤਾਬਕ ਜਿੰਨੀ ਸਾਨੂੰ ਸਵਾਸਾਂ ਦੀ ਪੂੰਜੀ ਮਾਲਕ ਵੱਲੋਂ ਬਖਸ਼ਿਸ਼ ਹੋਈ ਹੈ, ਉਹ ਬਤੀਤ ਹੋਣ ਦੇ ਬਾਅਦ ਜਦੋਂ ਜੀਵ ਸੰਸਾਰ ਤੋਂ ਤੁਰਦੇ ਨੇ, ਸਰੀਰ ਅਤੇ ਆਤਮਾ ਦਾ ਜਦੋਂ ਆਪਸ ਵਿੱਚ ਮੇਲ ਹੁੰਦਾ, ਇਹਨੂੰ ਅਸੀਂ ਜਨਮ ਆਖਦੇ ਹਾਂ। ਦੋਵਾਂ ਦਾ ਜਦੋਂ ਵਿਛੋੜਾ ਪੈਂਦਾ, ਇਸ ਨੂੰ ਮੌਤ ਦਾ ਨਾਮ ਦਿੱਤਾ ਗਿਆ। ਔਰ ਗੁਰਮਤਿ ਅੰਦਰ ਚੜ੍ਹਾਈ ਕਰ ਜਾਣਾ, ਅਕਾਲ ਚਲਾਣਾ ਕਰ ਜਾਣਾ, ਇਤ ਆਦਿਕ ਜਿਹੜੇ ਗੁਰਮੁਖੀ ਸ਼ਬਦ ਨੇ ਉਹ ਸਾਨੂੰ ਸਾਡੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਪਰਮਾਤਮਾ ਦੇ ਹੁਕਮ ਵਿੱਚ ਮਾਤਾ ਪਿਤਾ ਦੇ ਸੰਜੋਗ ਸਦਕਾ ਸਾਨੂੰ ਇਹ ਸਰੀਰ ਮਿਲਦਾ ਹੈ, ਜਿਹਨੂੰ ਪੰਜ ਭੂਤਕ ਪੰਜਾਂ ਤੱਤਾਂ ਦਾ ਸਰੀਰ ਕਿਹਾ ਜਾਂਦਾ ਹੈ। ਕਈ ਵਾਰ ਇਹ ਸਰੀਰ ਸਾਨੂੰ ਮਿਲਿਆ, ਕਈ ਵਾਰ ਇਹ ਬਿਨਸਿਆ ਹੈ, ਪਰ ਇਸ ਸਰੀਰ ਦੀ ਇੱਕ ਖਾਸੀਅਤ ਹੈ ਕਿ ਇਹ ਜਿੰਨਾ ਗੁਣਾ ਕਰਕੇ, ਜਿੰਨਾ ਤੱਤਾਂ ਕਰਕੇ ਬਣਿਆ, ਜਦੋਂ ਵੀ ਬਿਨਸਦਾ ਤੇ ਫਿਰ ਆਪਣੇ ਅਸਲੇ ਵਿੱਚ, ਆਪਣੇ ਮੂਲ ਵਿੱਚ ਇਹ ਲੀਨ ਹੋ ਜਾਂਦਾ ਹੈ।
ਪਾਣੀ ਦਾ ਗੁਣ ਪਾਣੀ ਵਿੱਚ, ਧਰਤੀ ਦਾ ਗੁਣ ਧਰਤੀ ਵਿੱਚ, ਆਕਾਸ਼, ਅੱਗ ਤੇ ਹਵਾ ਆਪੋ ਆਪਣੇ ਜਿਹੜੇ ਗੁਣ ਨੇ ਫਿਰ ਆਪਣੇ ਮੂਲ ਵਿੱਚ ਜਾ ਕੇ ਲੀਨ ਹੋ ਜਾਂਦੇ ਨੇ। ਸਰੀਰ ਕਈ ਵਾਰ ਬਣਿਆ, ਕਈ ਵਾਰ ਬਿਨਸਿਆ, ਪਰ ਹਰ ਵਾਰੀ ਇਹਦਾ ਮੂਲ ਖਾਕ ਸੀ, ਮੂਲ ਮਿੱਟੀ ਸੀ, ਇਹ ਆਪਣੇ ਅਸਲੇ ਵਿੱਚ ਮਿਲਦਾ ਰਿਹਾ। ਪਰ ਸਰੀਰ ਦੇ ਅੰਦਰ ਜੋ ਜੀਵ ਹੈ, ਜਿਹਨੂੰ ਆਪਾਂ ਆਤਮਾ ਕਹਿੰਦੇ, ਇਹ ਜਦੋਂ ਤੋਂ ਪਰਮਾਤਮਾ ਤੋਂ ਵਿਛੜ ਕੇ ਜੂਨਾਂ ਵਿੱਚ ਪੈ ਰਹੀ ਹੈ, ਜਦੋਂ ਤੱਕ ਜੀਵ ਆਤਮਾ ਆਪਣੇ ਮੂਲ ਵਿੱਚ, ਆਪਣੇ ਧੁਰੇ ਵਿੱਚ, ਆਪਣੇ ਅਸਲੇ ਵਿੱਚ ਲੀਨ ਨਹੀਂ ਹੁੰਦੀ, ਉਦੋਂ ਤੱਕ ਸਾਡਾ ਜਨਮ ਤੇ ਮਰਨ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਜਿਨ੍ਹਾਂ ਦਾ 2021 ਦੇ ਵਿੱਚ 400 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਣਾ ਹੈ, ਉਹਨਾਂ ਦੇ 59 ਸ਼ਬਦ ਤੇ 57 ਸ਼ਲੋਕ, ਜਿਨ੍ਹਾਂ ਨੂੰ ਅਸੀਂ ਵੈਰਾਗ, ਤਿਆਗ ਤੇ ਅਨੁਰਾਗ ਦੇ ਨਾਲ ਸੁਮਿਲਤ ਮੰਨਦੇ ਹਾਂ। ਗਰੀਬ ਨਵਾਜ਼ ਜੀ ਨੇ ਜਿਹੜੀ ਸਰੀਰ ਦੀ ਖਾਸੀਅਤ ਸੀ ਉਹਦਾ ਜ਼ਿਕਰ ਕਰਦਿਆਂ ਫਰਮਾਇਆ, ਪਾਂਚ ਤਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਸਭ ਕਹਿੰਦੇ ਵੇਖ ਸਰੀਰ ਤੇਰੇ ਨਾਲੋਂ ਕਿੰਨਾ ਚੰਗਾ ਹੈ, ਵੀ ਪੰਜਾਂ ਤੱਤਾਂ ਕਰਕੇ ਜਿੱਥੋਂ ਇਹ ਬਣਿਆ ਫਿਰ ਉੱਥੇ ਲੀਨ ਹੋ ਗਿਆ। ਪਰ ਸ਼ਾਹੋਂ ਵਿਛੜਿਆ ਵਣਜਾਰਾ, ਰੱਬ ਰੂਪੀ ਸ਼ਾਹੂਕਾਰ ਤੋਂ ਇਹ ਜੀਵ ਰੂਪੀ ਵਣਜਾਰਾ ਜਦੋਂ ਦਾ ਵਿਛੜ ਕੇ ਜੂਨਾਂ ਵਿੱਚ ਭਟਕ ਰਿਹਾ ਹੈ, ਜਦੋਂ ਤੱਕ ਇਹ ਆਪਣੇ ਅਸਲੇ ਵਿੱਚ ਲੀਨ ਨਹੀਂ ਹੁੰਦਾ ਉਦੋਂ ਤੱਕ ਗੱਲ ਨਹੀਂ ਬਣਨੀ। ਇਹੀ ਕਾਰਨ ਕਿ ਇਹ ਜਨਮ ਸਾਡੀ ਸ਼ੁਰੂਆਤ ਨਹੀਂ ਤੇ ਸੰਸਾਰ ਤੋਂ ਜੀਵ ਦਾ ਤੁਰ ਜਾਣਾ ਇਹਦੇ ਨਾਲ ਸਾਡਾ ਅੰਤ ਨਹੀਂ ਹੈ। ਇੱਕ ਜਨਮ ਦਾ ਅਸੀਂ ਸ਼ੁਰੂ ਜਾਂ ਇੱਕ ਜਨਮ ਦਾ ਅੰਤ ਮੰਨ ਸਕਦੇ ਹਾਂ, ਪਰ ਧੁਰ ਕੀ ਬਾਣੀ ਦਾ ਨਿਰਣਾ ਹੈ ਕਿ ਇਸ ਤਰ੍ਹਾਂ ਦੇ ਘਰ ਅਸੀਂ ਪਹਿਲਾਂ ਬੜੇ ਵਸਾ ਚੁੱਕੇ ਹਾਂ। ਪੂਰਬਲੇ ਕਰਮਾਂ ਕਰਕੇ ਕਈ ਵਾਰ ਅਸੀਂ ਕਿਸੇ ਦੇ ਮਾਤਾ ਪਿਤਾ ਬਣੇ, ਕਈਆਂ ਦੇ ਧੀਆ ਪੁੱਤਰ ਬਣ ਕੇ ਆਉਣਾ ਪਿਆ, ਕਈਆਂ ਦੇ ਭੈਣ ਭਰਾ। ਇਹ ਉਦੋਂ ਤੋਂ ਸ਼ੁਰੂਆਤ ਹੋਈ ਹੈ ਜਦੋਂ ਦੇ ਅਸੀਂ ਮਾਲਕ ਤੋਂ ਵਿਛੜੇ ਹੋਏ ਹਾਂ। ਸਾਹਿਬ ਜੀ ਨੇ ਬਚਨ ਕਹੇ, ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਜਦੋਂ ਵੀ ਕੋਈ ਪ੍ਰਭੂ ਪਿਆਰਾ ਮਾਲਕ ਅੱਗੇ ਅਰਦਾਸ ਕਰਦਾ ਹੈ ਨਾ, ਤੇ ਉਹ ਇਹੀ ਕਵੇਗਾ ਕਿ ਹਉ ਆਇਆ ਦੂਰੋਂ ਚੱਲ ਕੇ। ਉਹਦਾ ਮਤਲਬ ਇਹ ਨਹੀਂ ਵੀ ਕੋਈ ਦਿੱਲੀੋਂ ਚੱਲ ਕੇ ਆਇਆ ਹੈ, ਕੋਈ ਬੰਬੇ ਤੋਂ ਚੱਲ ਕੇ ਆਇਆ ਹੈ, ਕੋਈ ਅਮਰੀਕਾ ਤੋਂ ਚੱਲ ਕੇ ਆਇਆ, ਨਹੀਂ। ਹਉ ਆਇਆ ਦੂਰੋਂ ਚੱਲ ਕੇ ਦਾ ਅਰਥ ਹੈ ਕਿ ਪਤਾ ਨਹੀਂ ਕਦੋਂ ਕਿਤੇ ਤੁਰੇ ਆ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਪਰਦੇਸ ਝਾਗ ਸੌਦੇ ਕੋ ਆਇਆ। ਜਿਵੇਂ ਵੱਖ-ਵੱਖ ਦੇਸ਼ਾਂ ਵਿੱਚੋਂ ਬੰਦਾ ਲੰਘਦਾ ਕਵੇ ਵੀ ਮੈਂ ਬੜਾ ਮੁਸ਼ਕਲ ਨਾਲ ਹੁਣ ਇੱਥੇ ਪਹੁੰਚਿਆ। ਪ੍ਰਭੂ ਪਿਆਰੇ ਜਦੋਂ ਵੀ ਮਾਲਕ ਅੱਗੇ ਅਰਦਾਸ ਕਰਦੇ ਨੇ ਤੇ ਇਹੀ ਆਖਦੇ ਨੇ, ਇਹ ਮਾਲਕ ਜੀ ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬੜਾ ਲੰਮਾ ਸਮਾਂ ਹੋ ਗਿਆ ਤੁਹਾਡੇ ਤੋਂ ਵਿਛੜ ਕੇ। ਪਾਰ ਬ੍ਰਹਮ ਕੇ ਸਗਲੇ ਠਾਉ, ਨਾਨਕ ਜਿਤ ਜਿਤ ਘਰ ਰਾਖੈ, ਤੈਸਾ ਤਿਨ ਨਾਉ। ਸਾਰੀਆਂ ਥਾਵਾਂ ਸਾਰੇ ਜੀਵ ਜੰਤੂ ਉਸ ਮਾਲਕ ਦੇ ਹੀ ਨੇ, ਤੇ ਮਾਲਕ ਦੀ ਇਹ ਜੋਤ, ਮਾਲਕ ਵੱਲੋਂ ਇਹ ਆਤਮਾ ਜਿੱਥੇ ਜਿੱਥੇ ਟਿਕਾਈ ਜਾਂਦੀ ਹੈ, ਉਹੋ ਜਿਹਾ ਸਾਡਾ ਨਾਮ ਪੈਂਦਾ ਰਿਹਾ। ਇਸ ਕਰਕੇ ਗੁਰੂ ਕੀ ਬਾਣੀ ਨੇ ਸਾਨੂੰ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਮਾਂ, ਜਿਹਨੂੰ ਜੀਵਨ ਕਿਹਾ ਜਾਂਦਾ ਹੈ ਨਾ, ਇਸ ਨੂੰ ਸਫਲਾ ਬਣਾਉਣ ਤੇ ਜ਼ੋਰ ਦਿੱਤਾ ਹੈ ਕਿ ਆ ਹੁਣ ਤੇਰੀ ਵਾਰੀ ਹੈ। ਤੂੰ ਆਵਾਗਮਨ ਮਿਟਾ ਕੇ ਆਪਣੇ ਕਰਤੇ ਵਿੱਚ ਲੀਨ ਹੋ ਕੇ ਮਾਲਕ ਦੀ ਹਜ਼ੂਰੀ ਵਿੱਚ ਜਾ ਕੇ ਉੱਥੇ ਸੱਚੀ ਥਾਂ ਪ੍ਰਾਪਤ ਕਰ ਸਕਦਾ ਹੈ।
ਇਸੇ ਲਈ ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਵੇ, ਉਹਨਾਂ ਬਾਰੇ ਕਿਹਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਮਾਲਕ ਦੇ ਹੁਕਮ ਵਿੱਚ ਉਹਨਾਂ ਨੂੰ ਸੰਸਾਰ ਤੇ ਆਉਣਾ ਵੀ ਪਵੇ, ਗੁਰਮੁਖ ਸੱਦੇ ਜਾਣ ਆਵਣ ਘੱਲਿਆ। ਪਰ ਉਹ ਕਿਸੇ ਗੁਨਾਹ ਕਰਕੇ, ਕਿਸੇ ਸਜ਼ਾ ਕਰਕੇ, ਕਿਸੇ ਬੰਧਨਾਂ ਦੇ ਅਧੀਨ ਹੋ ਕੇ ਸੰਸਾਰ ਤੇ ਨਹੀਂ ਆਉਂਦੇ। ਇਹਨੂੰ ਸਮਝਣ ਵਾਸਤੇ ਵੀ ਜਿਵੇਂ ਸਕੂਲ ਵਿੱਚ ਅਧਿਆਪਕ ਵੀ ਹੈ ਤੇ ਵਿਦਿਆਰਥੀ ਵੀ ਹੈ, ਪਰ ਫਰਕ ਬੜਾ ਦੋਵਾਂ ਵਿੱਚ। ਜੇਲ੍ਹ ਦੇ ਵਿੱਚ ਜੇਲਰ ਵੀ ਹੁੰਦਾ ਤੇ ਕੈਦੀ ਵੀ ਹੁੰਦੇ ਨੇ, ਪਰ ਇੱਕ ਪ੍ਰਬੰਧਕ ਹੈ ਤੇ ਇੱਕ ਸਜ਼ਾ ਕੱਟ ਰਿਹਾ ਹੁੰਦਾ। ਹਸਪਤਾਲ ਜਾਈਏ, ਉੱਥੇ ਡਾਕਟਰ ਵੀ ਹੁੰਦੇ ਨੇ ਤੇ ਰੋਗੀ ਵੀ ਹੁੰਦੇ ਨੇ, ਪਰ ਦੋਵਾਂ ਵਿੱਚ ਫਰਕ ਬੜਾ ਹੈ। ਇਹ ਦੋ ਤਰ੍ਹਾਂ ਦਾ ਜਨਮ ਮਰਨ ਹੈ, ਇੱਕ ਵਿਦਿਆਰਥੀ ਦੀ ਤਰ੍ਹਾਂ, ਕੈਦੀ ਦੀ ਤਰ੍ਹਾਂ ਤੇ ਰੋਗੀ ਦੀ ਤਰ੍ਹਾਂ। ਪਰ ਜਿਹੜਾ ਪਰਉਪਕਾਰੀ ਜਨਮ ਹੈ, ਉਹ ਜਨਮ ਇਸ ਤਰ੍ਹਾਂ ਜਿਵੇਂ ਇੱਕ ਅਧਿਆਪਕ ਹੋਵੇ, ਜੇਲਰ ਹੋਵੇ, ਜਿਵੇਂ ਇੱਕ ਡਾਕਟਰ ਹੋਵੇ। ਪ੍ਰਭੂ ਪਿਆਰੇ ਆਖਦੇ ਨੇ ਕਿ ਜਦੋਂ ਮਾਲਕ ਸਾਨੂੰ ਸੰਸਾਰ ਤੇ ਭੇਜਦਾ, ਅਸੀਂ ਜਾਣਦੇ ਹਾਂ ਜਦੋਂ ਸੱਦਾ ਉਹਦਾ ਆਉਂਦਾ ਅਸੀਂ ਤੁਰ ਪੈਂਦੇ ਹਾਂ। ਪਰ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਲਾਏ। ਜਾਂ ਇਹਨੂੰ ਸਮਝਣ ਵਾਸਤੇ ਵੀ ਇੱਕ ਤਮਾਸ਼ਾ ਹੁੰਦਾ ਤੇ ਇੱਕ ਤਮਾਸ਼ੇ ਨੂੰ ਵੇਖਣ ਵਾਲੇ ਹੁੰਦੇ ਨੇ। ਅਸੀਂ ਜਿਹੜੇ ਸੰਸਾਰੀ ਜੀਵ ਹਾਂ, ਸਾਡੀ ਹਾਲਤ ਹੈ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ। ਅਸੀਂ ਇਸ ਜਗਤ ਖੇਡ ਦੇ ਵਿੱਚ ਇਸ ਤਮਾਸ਼ੇ ਦਾ ਅੰਗ ਬਣ ਕੇ ਇਸ ਖੇਡ ਨੂੰ ਖੇਡਣ ਵਾਸਤੇ ਆਏ ਹਾਂ। ਪਰ ਪ੍ਰਭੂ ਪਿਆਰੇ ਆਖਦੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇੱਕ ਖੇਡ ਦਾ ਅੰਗ, ਤਮਾਸ਼ੇ ਦਾ ਅੰਗ, ਤੇ ਇੱਕ ਦਰਸ਼ਕ ਬਣ ਕੇ ਉਸ ਤਮਾਸ਼ੇ ਨੂੰ ਵੇਖਣ ਵਾਸਤੇ, ਉਸ ਵਿਗੜੀ ਹੋਈ ਖੇਡ ਨੂੰ ਸਵਾਰਨ ਵਾਸਤੇ ਆਉਂਦੇ ਨੇ। ਇਸ ਕਰਕੇ ਗੁਰਮੁਖ ਮਾਲਕ ਦੇ ਸੱਦੇ ਮੁਤਾਬਕ ਚਲੇ ਜਾਂਦੇ ਨੇ। ਜਦੋਂ ਮਾਲਕ ਭੇਜਦਾ ਉਦੋਂ ਸੰਸਾਰ ਵਿੱਚ ਆ ਜਾਂਦੇ ਨੇ। ਇਹੀ ਕਾਰਨ ਕਿ ਜਦੋਂ ਅਸੀਂ ਅਰਦਾਸ ਕਰਦੇ ਹਾਂ, ਮਾਲਕ ਜੀ ਵਿਛੜੀ ਹੋਈ ਸ਼ਖਸੀਅਤ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਿਓ, ਇਹਦਾ ਮਤਲਬ ਇਹੀ ਸੀ ਕਿ ਭਾਵੇਂ ਆਪਣੇ ਕੋਲ ਰੱਖ ਲਿਓ ਤੇ ਭਾਵੇਂ ਸੰਸਾਰ ਵਿੱਚ ਜਨਮ ਦੇ ਕੇ ਭੇਜ ਦਿਓ, ਪਰ ਭੇਜਿਓ ਜੁੜੇ ਹੋਏ ਚਰਨਾਂ ਨਾਲ। ਜਦੋਂ ਜੁੜੇ ਹੋਏ ਚਰਨਾਂ ਨਾਲ ਕੋਈ ਸੰਸਾਰ ਵਿੱਚ ਜਨਮ ਲੈ ਕੇ ਆਵੇਗਾ, ਉਹਦੇ ਕਰਕੇ ਸੰਸਾਰ ਆਬਾਦ ਹੋਵੇਗਾ, ਬਰਬਾਦ ਨਹੀਂ ਹੋਵੇਗਾ। ਉਹਦੀ ਸੋਚ ਉਸਾਰੂ ਹੋਵੇਗੀ। ਉਹਦੀ ਸੋਚ ਜਿਹੜੀ ਹੈ ਉਹ ਕਦੇ ਦਿਲ ਢਾਉਣ ਵਾਲੀ ਨਹੀਂ। ਉਹਦੇ ਕਰਕੇ ਸੰਸਾਰ ਵਿੱਚ ਸੱਚਮੁੱਚ ਪਰ ਉਪਕਾਰ ਹੋਵੇਗਾ। ਉਹਦੇ ਕਰਕੇ ਕਦੇ ਵਿਗਾੜ ਨਹੀਂ। ਉਹ ਚੰਗਾ ਸਰਪੰਚ ਬਣ ਕੇ ਆ ਸਕਦਾ, ਚੰਗਾ ਇੰਜੀਨੀਅਰ ਬਣ ਕੇ ਆ ਸਕਦਾ, ਚੰਗਾ ਡਾਕਟਰ ਬਣ ਕੇ ਆ ਸਕਦਾ, ਚੰਗਾ ਅਧਿਆਪਕ ਬਣ ਕੇ, ਚੰਗਾ ਵਿਦਵਾਨ ਬਣ ਕੇ ਆ ਸਕਦਾ। ਮਾਲਕ ਜੀ ਭਾਵੇਂ ਆਪਣੇ ਕੋਲ ਰੱਖਿਓ ਤੇ ਭਾਵੇਂ ਸੰਸਾਰ ਵਿੱਚ ਭੇਜਿਓ, ਪਰ ਰੱਖਿਓ ਚਰਨਾਂ ਨਾਲ ਜੋੜ ਕੇ। ਚਰਨਾਂ ਨਾਲ ਜੋੜਨ ਦਾ ਮਤਲਬ ਇਹ ਨਹੀਂ ਵੀ ਕਿ ਭਾਵੇਂ ਆਪਣੇ ਕੋਲ ਰੱਖ ਲਿਓ ਤੇ ਭਾਵੇਂ ਜਨਮ ਦੇ ਕੇ ਸੰਸਾਰ ਤੇ ਭੇਜ ਦਿਓ। ਸੁਰਤ ਕਦੇ ਚਰਨਾਂ ਤੋਂ ਟੁੱਟਣੀ ਨਹੀਂ ਚਾਹੀਦੀ। ਜਦੋਂ ਕੋਈ ਤੁਹਾਡੇ ਚਰਨਾਂ ਨਾਲ ਜੁੜਿਆ ਹੋਇਆ ਸੰਸਾਰ ਵਿੱਚ ਆਵੇਗਾ ਤੇ ਸੱਚਮੁੱਚ ਇਹ ਸੰਸਾਰ ਸਵਰੇਗਾ। ਇਹੀ ਕਾਰਨ ਕਿ ਮੇਰੇ ਸਤਿਗੁਰੂ ਜੀ ਨੇ ਸਾਨੂੰ ਜਿੱਥੇ ਜਨਮ ਤੇ ਮਰਨ ਮਾਲਕ ਦੇ ਹੁਕਮ ਵਿੱਚ ਦੱਸਿਆ, ਜੰਮਣ ਮਰਨਾ ਹੁਕਮ ਹੈ ਭਾਣੈ ਆਵੈ ਜਾਏ, ਉੱਥੇ ਜਿਹੜਾ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਮਾਂ ਜੀਵਨ ਹੈ। ਬਸ ਜੇ ਕਿਤੇ ਇਹ ਹੁਕਮ ਵਿੱਚ ਤੁਰ ਪਵੇ, ਕਿਉਂਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਮੌਤ ਹੈ। ਆ ਵੇਖੋ, ਕਦੇ ਕਿਸੇ ਨੇ ਕਿਹਾ ਵੀ ਮੈਂ ਫਲਾਣੇ ਤੋਂ ਪੁੱਛ ਆਵਾਂ ਵੀ ਮੁਹੂਰਤ ਕਿਹੜਾ ਚੰਗਾ, ਮੈਂ ਸੋਮਵਾਰ ਨਹੀਂ ਮਰਨਾ ਚਾਹੁੰਦਾ, ਮੈਂ ਮੰਗਲਵਾਰ ਮਰਨਾ ਚਾਹੁੰਦਾ। ਕਦੇ ਕਿਸੇ ਨੇ ਕਿਹਾ ਵੀ ਮੈਂ ਕੋਈ ਚੰਗੇ ਮਾੜੇ ਦਿਨ ਦਾ ਵਿਚਾਰ ਕਰ ਲਵਾਂ, ਮੈਂ ਬੁੱਧਵਾਰ ਨਹੀਂ ਜਨਮ ਲੈਣਾ, ਮੈਂ ਵੀਰਵਾਰ ਜਨਮ ਲੈਣਾ। ਹੁਣ ਇਹ ਮਾਲਕ ਦੇ ਹੁਕਮ ਵਿੱਚ ਸੀ ਨਾ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ। ਤੇ ਜੇ ਕਿਤੇ ਜੀਵਨ ਵੀ ਮਾਲਕ ਦੇ ਹੁਕਮ ਵਿੱਚ ਹੋਵੇ ਤੇ ਫਿਰ ਬੱਚਿਆਂ ਦੇ ਵਿਆਹਾਂ ਸਮੇਂ ਵੀ ਮੂਰਤ ਦੀ ਲੋੜ ਨਾ ਪਵੇ। ਮਕਾਨ ਬਣਾਉਣ ਲੱਗਿਆਂ ਵੀ ਕੋਈ ਚੰਗੇ ਮਾੜੇ ਦਿਨ ਦੀ ਵਿਚਾਰ ਨਾ ਕਰੀਏ। ਜੀਵਨ ਸਾਡਾ ਹੁਕਮ ਤੋਂ ਬਾਹਰੀ ਹੈ। ਇਸ ਕਰਕੇ ਲੋਕੀ ਮੁਹੂਰਤ ਕਢਾਉਣ ਤੁਰ ਪੈਂਦੇ ਨੇ, ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨ ਤੁਰ ਪੈਂਦੇ ਨੇ।
ਪਰ ਸਾਹਿਬ ਕਹਿੰਦੇ ਉਹ ਜਨਮ ਦੇਣ ਲੱਗਾ, ਉਹ ਸੰਸਾਰ ਤੋਂ ਤੈਨੂੰ ਲਿਜਾਣ ਲੱਗਿਆਂ ਕਦੇ ਨਹੀਂ ਪੁੱਛਦਾ ਵੀ ਕਿਹੜਾ ਮਹੂਰਤ ਹੈ, ਕਿਹੜੀ ਥਿੱਤ, ਕਿਹੜਾ ਵਾਰ, ਤੂੰ ਕਦੋਂ ਤੁਰਨਾ। ਆ ਜਦੋਂ ਆਪਾਂ ਅੰਤਮ ਅਰਦਾਸ ਦੀ ਗੱਲ ਕਰਦੇ ਆਂ ਤੇ ਕਈ ਵਾਰ ਸਾਡੇ ਮਨਾਂ ਵਿੱਚ ਆਉਂਦਾ ਵੀ ਪ੍ਰਾਣੀ ਨੂੰ ਅਕਾਲ ਚਲਾਣਾ ਕੀਤੇ ਨੂੰ 10 ਦਿਨ ਹੋ ਗਏ ਨੇ, ਕਿਉਂਕਿ ਗੁਰਮਤਿ ਅੰਦਰ 10ਵੇਂ ਦਿਨ ਮਰਿਆਦਾ ਹੈ। ਪਰ ਨਾਲ ਇਹ ਵੀ ਕਿਹਾ ਗਿਆ ਵੀ ਜੇ ਕੋਈ ਛੁੱਟੀ ਵਾਲਾ ਦਿਨ ਮੁਕਰਰ ਕਰਨਾ ਹੋਵੇ ਤੇ ਦਿਨ 10 ਤੋਂ ਘੱਟ ਵੀ ਹੋ ਸਕਦੇ ਨੇ। ਜੇ ਕਿਸੇ ਨੇ ਵਿਦੇਸ਼ ਤੋਂ ਜਾਂ ਕੋਈ ਫੌਜ ਆਦਿਕ ਵਿੱਚ ਛੁੱਟੀ ਨਾ ਮਿਲਦੀ ਹੋਵੇ ਤੇ ਦਿਨ 10 ਤੋਂ ਵੱਧ ਵੀ ਕਰਨੇ ਪੈਣ ਤੇ ਕੋਈ ਇਹਦੇ ਵਿੱਚ ਭਰਮ ਕਰਨ ਦੀ ਲੋੜ ਨਹੀਂ। ਪਰ ਜੇ ਨਾਰਮਲ ਅਵਸਥਾ ਹੋਵੇ ਤੇ 10ਵੇਂ ਵਾਲੇ ਦਿਨ ਜਿਹੜਾ ਉਹ ਅੰਤਮ ਅਰਦਾਸ ਕੀਤੀ ਜਾਂਦੀ ਹੈ। ਜੇ ਕੋਈ ਸਾਨੂੰ ਪੁੱਛੇ ਵੀ ਪ੍ਰਾਣੀ ਨੂੰ ਅਕਾਲ ਚਲਾਣਾ ਕੀਤੇ ਨੂੰ 10 ਦਿਨ ਹੋ ਗਏ ਨੇ ਤੇ ਅੱਜ ਉਹਦੇ 10ਵੇਂ ਦਿਨ ਬਾਅਦ ਉਹਦੇ ਨਿਮਿਤ ਅਰਦਾਸ, ਇਹਦਾ ਭਾਵ ਕੀ ਹੈ? ਤੇ ਇਹਦਾ ਇੱਕੋ ਉੱਤਰ ਹੋਵੇਗਾ ਕਿ ਉਹ ਅਰਦਾਸ ਜਿਹੜੀ ਸਾਡੇ ਜਨਮ ਤੋਂ ਪਹਿਲਾਂ ਸ਼ੁਰੂ ਹੋਈ ਹੈ, ਉਹ ਸਾਡੇ ਮਰਨ ਤੋਂ ਬਾਅਦ ਵੀ ਭਾਵੇਂ 10ਵਾਂ ਦਿਨ ਹੋਵੇ, ਪਰਿਵਾਰ ਸਾਕ ਸੰਬੰਧੀ ਮਿੱਤਰ ਸੱਜਣ ਜਿਹੜੇ ਨੇ ਉਹ ਅੰਤਮ ਅਰਦਾਸ ਕਰਦੇ ਨੇ। ਪਰ ਜੇ ਸਤਿਗੁਰੂ ਨੂੰ ਪੁੱਛੀਏ ਵੀ ਜਨਮ ਤੋਂ ਪਹਿਲਾਂ ਵੀ ਅਰਦਾਸ, ਮਰਨ ਤੋਂ ਬਾਅਦ ਵੀ ਅਰਦਾਸ, ਹੁਣ ਤੁਸੀਂ ਕਹੋਗੇ ਵੀ ਇਹ ਕਿੱਥੇ ਲਿਖਿਆ ਵੀ ਜਨਮ ਤੋਂ ਪਹਿਲਾਂ ਅਰਦਾਸ, ਵੀ ਅਜੇ ਸਾਡਾ ਜਨਮ ਹੀ ਨਹੀਂ ਹੋਇਆ ਤੇ ਅਰਦਾਸ ਸ਼ੁਰੂ ਹੋ ਗਈ। ਗੁਰਬਾਣੀ ਦੇ ਵਿੱਚ ਇੱਕ ਸਰਲੇਖ ਹੈ ਜਿਹਨੂੰ ਅਸੀਂ ਪੈਰਿਆਂ ਕੇ ਘਰ ਗਾਵਣਾ ਪੜ੍ਹਦੇ ਆ ਜਾਂ ਉੱਥੇ ਵਣਜਾਰਿਆ ਮਿੱਤਰਾ ਸ਼ਬਦ ਸਤਿਗੁਰੂ ਜੀ ਨੇ ਵਰਤਿਆ। ਸਾਡੀ ਜ਼ਿੰਦਗੀ ਨੂੰ ਇੱਕ ਰਾਤ ਮੰਨ ਕੇ, ਇਹ ਉਮਰ ਸਾਡੀ ਭਾਵੇਂ 60 ਸਾਲ ਦੀ ਹੋਵੇ ਤੇ ਭਾਵੇਂ 100 ਸਾਲ ਦੀ ਹੋਵੇ, ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਇੱਕ ਰਾਤ ਹੈ। ਇਹਾਂ ਬਸਨਾ ਰਾਤ ਮੂੜੇ, ਛਾੜ ਬਰਾਨੀ ਤਾਤ ਮੂੜੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚਲਸੈਂ ਪ੍ਰਭਾਤ ਮਾਰਗ ਦੱਸਿਆ, ਮੋਏ ਨਾ ਪੁੱਛੈ ਜਾਤ ਵਿਆਹ ਨਾ ਹੱਸਿਆ। ਕੇਵਲ ਸਾਡੇ ਕੋਲ ਇੱਕ ਰਾਤ ਦਾ ਸਮਾਂ ਹੈ ਤੇ ਸਾਹਿਬ ਕਹਿੰਦੇ ਰਾਤ ਵਿੱਚ ਵੀ 4 ਪਹਿਰ ਹੁੰਦੇ ਨੇ, ਕਿਉਂਕਿ ਦਿਨ ਤੇ ਰਾਤ ਜਿਹਨੂੰ ਆਪਾਂ 24 ਘੰਟੇ 60 ਘੜੀਆਂ ਤੇ 8 ਪਹਿਰ ਕਹਿੰਦੇ ਆ। ਹੁਣ ਰਾਤ ਦਾ ਸਮਾਂ ਸਾਡੇ ਕੋਲ ਹੈ ਤੇ ਰਾਤ ਵਿੱਚੋਂ ਵੀ ਜਿਹੜੇ 4 ਪਹਿਰ ਨੇ, ਪਹਿਲਾ ਪਹਿਰ ਮਾਤਾ ਦੇ ਉਦਰ ਵਾਲਾ ਮੰਨਿਆ ਗਿਆ ਤੇ ਚੌਥਾ ਪਹਿਰ ਆ ਜਿਹੜਾ ਅਸੀਂ ਪ੍ਰਾਣੀ ਦੇ ਨਿਮਿਤ ਜੁੜੇ ਆ, ਕੇਵਲ 2 ਪਹਿਰ ਦਾ ਸਮਾਂ ਸਾਡੇ ਕੋਲ ਹੈ। ਉੱਥੇ ਜ਼ਿਕਰ ਆਉਂਦਾ ਗੁਰੂ ਕੀ ਬਾਣੀ ਵਿੱਚ, ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਵਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ। ਸਾਡੇ ਪੈਰ ਤਾਂ ਨੂੰ ਸੀ ਤੇ ਸਾਡਾ ਮੂੰਹ ਥੱਲੇ ਨੂੰ ਸੀ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ। ਸਭ ਕਹਿਣ ਲੱਗੇ ਉੱਥੇ ਮੁਖ ਤਲੈ ਪੈਰ ਉਪਰੈ, ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰੈ ਜਿਸਦੈ ਨਾਏ। ਜਿੱਥੇ ਪੈਰ ਸਾਡੇ ਉੱਪਰ ਨੂੰ ਤੇ ਸਿਰ ਸਾਡਾ ਥੱਲੇ ਨੂੰ ਸੀ, ਪੁੱਠੇ ਲਟਕੇ ਹੋਏ ਸਾਂ, ਉੱਥੇ ਮਾਲਕ ਦੇ ਅੱਗੇ ਅਸੀਂ ਅਰਦਾਸ ਕਰਦੇ ਸਾਂ। ਅਜੇ ਜਨਮ ਹੀ ਨਹੀਂ ਸੀ ਹੋਇਆ। ਜਨਮ ਤੋਂ ਪਹਿਲਾਂ ਜਿਹੜੀ ਅਰਦਾਸ ਸ਼ੁਰੂ ਹੋ ਗਈ, ਉਹ ਮਰਨ ਤੋਂ ਬਾਅਦ ਵੀ ਅੰਤਮ ਅਰਦਾਸ ਕੀਤੀ ਗਈ। ਪਰ ਜੀਵਨ ਉਹਦਾ ਸਫਲਾ ਹੈ ਜਿਹਦਾ ਸੰਬੰਧ ਜਨਮ ਤੋਂ ਲੈ ਕੇ ਮਰਨ ਤੱਕ ਅਰਦਾਸ ਨਾਲ ਜੁੜ ਗਿਆ। ਇਸੇ ਕਰਕੇ ਪ੍ਰਭੂ ਪਿਆਰੇ ਅਰਦਾਸ ਕਰਦੇ ਨੇ ਮਾਲਕ ਦੇ ਚਰਨਾਂ ਵਿੱਚ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਉਹ ਹਮੇਸ਼ਾ ਅਰਦਾਸ ਕਰਦੇ ਨੇ ਤੇ ਇਹ ਅਰਦਾਸ ਹੈ ਜਨਮ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਤੱਕ। ਪਹਿਲੀ ਅਰਦਾਸ ਵੀ ਹੋ ਗਈ ਤੇ ਅੰਤਮ ਅਰਦਾਸ ਵੀ ਹੋ ਗਈ, ਪਰ ਜਨਮ ਤੋਂ ਲੈ ਕੇ ਮੌਤ ਤੱਕ ਜਿਹਦਾ ਸੰਬੰਧ ਅਰਦਾਸ ਨਾਲ ਜੁੜ ਗਿਆ, ਸੱਚਮੁੱਚ ਉਹਦਾ ਜੀਵਨ ਸਫਲ ਹੋ ਗਿਆ। ਧੁਰ ਕੀ ਬਾਣੀ ਨੂੰ ਜਦੋਂ ਅਸੀਂ ਰੱਬੀ ਵਜਦ ਵਿੱਚ ਜੁੜ ਕੇ ਪੜ੍ਹਦੇ ਹਾਂ ਤੇ ਸਤਿਗੁਰਾਂ ਜ਼ਿਕਰ ਕੀਤਾ ਵੀ ਜਿਹੜਾ ਬੰਦਾ ਕਦੇ ਅਰਦਾਸ ਨਹੀਂ ਨਾ ਕਰਦਾ, ਕਹਿੰਦਾ ਵੀ ਮੇਰਾ ਨਹੀਂ ਜੇ ਭਰੋਸਾ ਅਰਦਾਸ ਵਿੱਚ। ਕਹਿੰਦੇ ਜਦੋਂ ਮੌਤ ਦਾ ਸੱਦਾ ਆਉਂਦਾ ਹੈ ਨਾ, ਉਦੋਂ ਉਹ ਵੀ ਅਰਦਾਸ ਕਰਦਾ ਹੈ। ਉਦੋਂ ਰੱਬ ਅੱਗੇ ਜਾਂ ਗੁਰੂ ਅੱਗੇ ਨਹੀਂ, ਉਦੋਂ ਉਹਨਾਂ ਅੱਗੇ ਅਰਦਾਸ ਕਰਦਾ ਜਿਹੜੇ ਦੂਤ ਬਣ ਕੇ ਮਾਲਕ ਦਾ ਸੱਦਾ ਲੈ ਕੇ ਆਉਂਦੇ ਨੇ। ਜਿਵੇਂ ਰਾਜ ਭਾਗ ਵਿੱਚੋਂ ਕੋਈ ਸੱਦਾ ਆਵੇ ਤੇ ਅਸੀਂ ਕਹਿੰਦੇ ਆ ਰਾਜਦੂਤ ਆਇਆ,
ਤੇ ਜਦੋਂ ਜਮ ਦਾ ਸੱਦਾ ਆਉਂਦਾ, ਸਾਹਿਬ ਕਹਿੰਦੇ ਜਮ ਦੂਤ ਆਇਆ। ਜਦੋਂ ਮੌਤ ਦਾ ਸੱਦਾ ਲੈ ਕੇ ਮੌਤ ਦੇ ਦੂਤ ਆਉਂਦੇ ਨੇ, ਤੇ ਜਿਨਨੇ ਕਦੇ ਅਰਦਾਸ ਨਹੀਂ ਕੀਤੀ, ਜਿਹਦੇ ਕਦੇ ਅਰਦਾਸ ਵਿੱਚ ਭਰੋਸਾ ਨਹੀਂ, ਉਹ ਹੱਥ ਜੋੜ ਕੇ ਫਿਰ ਜਮਦੂਤਾਂ ਅੱਗੇ ਅਰਦਾਸ ਕਰਦਾ ਹੈ। ਤੇ ਅਰਦਾਸ ਕਰਕੇ ਕਹਿੰਦਾ ਕੀ ਹੈ ਵੀ ਅੱਜ ਦੀ ਰਾਤ ਦਾ ਸਮਾਂ ਮੈਨੂੰ ਦੇ ਦਿਓ। ਆ ਲਾਗਲੇ ਪਿੰਡਾਂ ਵਿੱਚੋਂ, ਸ਼ਹਿਰਾਂ ਵਿੱਚੋਂ ਮੈਂ ਕਲੈਕਸ਼ਨ ਕਰਨੀ ਹੈ, ਲੈਣ ਦੇਣ ਬਾਕੀ ਹੈ। ਮੈਂ ਰਾਤ ਜਾਗ ਕੇ ਸਾਰੀ ਰਾਤ ਜਿੱਥੋਂ ਕੁਝ ਲੈਣਾ ਹੈ ਉਹ ਇਕੱਤਰ ਕਰਾਂਗਾ, ਤੇ ਕੱਲ ਸਵੇਰ ਹੁੰਦਿਆਂ ਮੈਂ ਤੁਹਾਡੇ ਨਾਲ ਤੁਰ ਪਵਾਂਗਾ। ਕੱਲ ਰਸਤੇ ਵਿੱਚ ਰਾਹ ਦੀ ਨਮਾਜ਼ ਪੜ੍ਹ ਲਵਾਂਗਾ। ਮੈਂ ਤੁਹਾਨੂੰ ਇਹ ਨਹੀਂ ਕਵਾਂਗਾ ਵੀ ਤੁਸੀਂ ਮੈਨੂੰ ਕੱਲ ਦਿਨ ਦਾ ਸਮਾਂ ਦਿਓ। ਮੇਰੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਉਸ ਅਵਸਥਾ ਦੇ ਵਿੱਚ ਜੀਵ ਆਖਦਾ, ਕਰੋ ਅਰਦਾਸ ਗਾਮ ਕਿਛ ਬਾਕੀ। ਇਸ ਗਾਉਂ ਵਿੱਚ, ਇਸ ਪਿੰਡ ਵਿੱਚ, ਇਹਨਾਂ ਨਗਰਾਂ ਵਿੱਚ ਕੋਈ ਮੇਰਾ ਬਾਕੀ ਲੈਣਾ ਦੇਣਾ ਹੈ। ਕਰੋ ਅਰਦਾਸ ਗਾਮ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ। ਕਿਛ ਵੀ ਖਰਚ ਤੁਮਾਰਾ ਸਾਰੋਂ, ਸੁਬਾ ਨਵਾਜ ਸਰਾਏ ਗੁਜ਼ਾਰੋਂ। ਜਿਨ੍ਹਾਂ ਦਾ ਸੁਭਾਅ ਬਣਿਆ ਹੁੰਦਾ ਵੀ ਹਰ ਕੰਮ ਸਿਫਾਰਿਸ਼ ਨਾਲ ਕਰਾਉਣਾ, ਰਿਸ਼ਵਤ ਨਾਲ ਕਰਾਉਣਾ, ਜਮਦੂਤ ਨੂੰ ਵੀ ਫਿਰ ਆਖਦਾ ਵੀ ਜਿਹੜੀ ਮੈਂ ਉਗਰਾਹੀ ਕਰਨੀ ਆ ਨਾ, ਲੈਣ ਦੇਣ ਬਾਕੀ ਆ, ਉਹਦੇ ਵਿੱਚੋਂ ਕੁਝ ਤੁਹਾਨੂੰ ਵੀ ਦੇ ਦਿਆਂਗਾ, ਬਸ ਮੈਨੂੰ ਅੱਜ ਦੀ ਰਾਤ ਦਾ ਸਮਾਂ ਦੇ ਦਿਓ। ਫਿਰ ਉਹ ਅਰਦਾਸ ਨਹੀਂ ਮੰਨੀ ਜਾਂਦੀ, ਕਿਉਂਕਿ ਉਹ ਆਖਦੇ ਨੇ ਸਾਡੇ ਵੱਸ ਦੀ ਗੱਲ ਨਹੀਂ। ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ। ਇੱਕ ਤੇ ਹੈ ਗੁਰਮੁਖ ਵੀ ਜਦੋਂ ਮਾਲਕ ਦਾ ਸੱਦਾ ਆਇਆ ਤੇ ਆਪੇ ਤੁਰ ਪਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਤੇ ਜਿਹੜਾ ਮੇਰੇ ਵਰਗਾ ਕਵੇ ਵੀ ਹੁਣ ਤਰਲੇ ਲਈ ਜਾਵਾਂ, ਜਾਂ ਇਨਕਾਰੀ ਹੋਈ ਜਾਵਾਂ, ਜਾਂ ਦੌੜ ਭੱਜ ਜਾਵਾਂ ਵੀ ਮੌਤ ਦਾ ਸੱਦਾ ਆਇਆ, ਮੈਂ ਨਹੀਂ ਤੁਰਨਾ, ਤੇ ਫਿਰ ਉੱਥੇ ਪ੍ਰਬੰਧ ਕੀਤਾ ਜਾਂਦਾ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਗੁਰਮੁਖ ਆਪੇ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਇੱਕ ਚੱਲਿਆ ਤੇ ਦੂਸਰਾ ਚਲਾਇਆ, ਦੋਵਾਂ ਵਿੱਚ ਫਰਕ ਹੈ। ਇੱਕ ਆਪੇ ਹੀ ਤੁਰ ਪਿਆ। ਜਦੋਂ 70 ਸਾਲ 5 ਮਹੀਨੇ ਦੀ ਉਮਰ ਹੋਈ, ਗੁਰੂ ਨਾਨਕ ਸਾਹਿਬ ਜੀ ਨੂੰ ਸੱਦਾ ਆਇਆ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖਿੜੇ ਮੱਤੇ ਸੱਦਾ ਪ੍ਰਵਾਨ ਕਰਕੇ ਕਹਿੰਦੇ, ਲਿਆਓ ਭਾਈ ਲਹਿਣਾ ਜੀ ਨੂੰ। ਉਹਨਾਂ ਵਿੱਚ ਜੋਤ ਟਿਕਾ ਕੇ ਗੁਰਗੱਦੀ ਬਖਸ਼ਿਸ਼ ਕਰਕੇ ਮੱਥਾ ਟੇਕਿਆ, ਪਰਿਕਰਮਾ ਕੀਤੀਆਂ, ਕਿਹਾ ਪੁਰਖਾ ਸਰੀਰ ਭਾਵੇਂ ਗੁਰੂ ਦਾ ਵੀ ਹੈ, ਪਰ ਅੱਜ ਮਾਲਕ ਦਾ ਸੱਦਾ ਆ ਗਿਆ। ਅਸੀਂ ਹੁਣ 4-5 ਦਿਨ ਦਾ ਸਮਾਂ ਹੈ, ਅਸੀਂ ਸਰੀਰ ਕਰਕੇ ਇਸ ਸੰਸਾਰ ਵਿੱਚੋਂ, ਸਾਹਿਬ ਕਹਿਣ ਲੱਗੇ, ਮਾਲਕ ਵਾਲੇ ਪਾਸੇ ਰਵਾਨਾ ਹੋ ਜਾਣਾ, ਕਿਉਂਕਿ ਇਹ ਸਰੀਰ ਤਿਆਗਣਾ ਪੈਣਾ। ਗੁਰੂ ਜੋਤ ਕਰਕੇ ਗੁਰੂ ਅੰਗਦ ਦੇਵ ਸਾਹਿਬ ਵਿੱਚ ਬਿਰਾਜਮਾਨ ਹੋ ਗਏ, ਤੇ ਸਰੀਰਕ ਜੋਤ ਜਿਹੜੀ ਸੀ ਉਹ ਪ੍ਰਮਾਤਮਾ ਵਿੱਚ ਲੀਨ ਹੋ ਗਈ, ਤੇ ਅਸੀਂ ਇਸੇ ਕਰਕੇ ਕਹਿੰਦੇ ਆ ਜੋਤੀ ਜੋਤ। ਇਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ 95 ਸਾਲ ਦੀ ਉਮਰ ਵਿੱਚ ਸੱਦਾ ਆਇਆ, ਤੇ ਗਰੀਬ ਨਵਾਜ ਨੇ ਆਪਣੇ ਸਾਰੇ ਪਰਿਵਾਰ ਨੂੰ, ਸਿੱਖਾਂ ਨੂੰ, ਪੁੱਤਰਾਂ ਨੂੰ, ਭਰਾਵਾਂ ਨੂੰ, ਹੋਰ ਜਿਹੜੇ ਰਿਸ਼ਤੇਦਾਰ ਸਨ, ਸਾਰਿਆਂ ਨੂੰ ਕੋਲ ਬੁਲਾ ਕੇ ਆਖਿਆ, ਤੁਸੀਂ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਕਦੇ ਇਕਾਗਰਤਾ ਵਿੱਚ ਜੁੜ ਕੇ, 95 ਸਾਲ ਦੀ ਉਮਰ ਹੈ ਗੁਰੂ ਅਮਰਦਾਸ ਜੀ ਦੀ, ਤੇ ਗੋਇੰਦਵਾਲ ਸਾਹਿਬ ਦੀ ਧਰਤੀ ਹੈ। ਆਪਣੇ ਪੁੱਤਰਾਂ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਕੋਲ ਬਿਠਾਇਆ, ਤੇ ਬੜੇ ਰੱਬੀ ਵਜਦ ਵਿੱਚ ਜੁੜ ਕੇ ਕਿਹਾ, ਤੁਸੀਂ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਕਹਿੰਦੇ ਜਿਸ ਪ੍ਰਮਾਤਮਾ ਨੇ ਮੈਨੂੰ ਸੰਸਾਰ ਵਿੱਚ ਭੇਜਿਆ ਸੀ ਨਾ, ਉਹਦਾ ਹੁਕਮ ਆ ਗਿਆ, ਉਹਦਾ ਸੱਦਾ ਆ ਗਿਆ। ਇਸੇ ਕਰਕੇ ਜਿਹੜਾ ਉਪਦੇਸ਼ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਲੱਗਿਆਂ ਬਖਸ਼ਿਸ਼ ਕੀਤਾ, ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਸੁਣਿਆ, ਤੇ ਉਹਨਾਂ ਨੇ ਕਾਵਿ ਰੂਪ ਵਿੱਚ ਲਿਖਿਆ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮ ਕਲੀ ਸਦ ਸਿਰਲੇਖ ਹੇਠ ਬਾਣੀ ਵਿੱਚ ਅੰਕਿਤ ਕੀਤਾ। ਇਹ ਸਦ ਦਾ ਅਰਥ ਹੈ ਸੱਦਾ। ਗੁਰਬਾਣੀ ਵਿੱਚ ਜਿੱਥੇ ਘੋੜੀਆਂ ਨੇ ਉੱਥੇ ਅਲਾਣੀਆਂ ਵੀ ਨੇ, ਜਿੱਥੇ ਆਨੰਦ ਸਾਹਿਬ ਹੈ ਉੱਥੇ ਸੱਦ ਵੀ ਹੈ। ਗਰੀਬ ਨਵਾਜ ਜੀ ਨੇ ਇਹ ਸਾਰੇ ਸਿਰਲੇਖ ਜਿਹੜੇ ਨੇ ਬਾਣੀ ਦੇ ਵਿੱਚ ਰੱਖੇ ਨੇ, ਤਾਂ ਕਿ ਸਾਨੂੰ ਇਹ ਚੇਤਾ ਰਵੇ। ਨਿਤਨੇਮ ਦੇ ਵਿੱਚ ਜਦੋਂ ਅਸੀਂ ਸੌਣ ਲੱਗਦੇ ਆ ਨਾ, ਤੇ ਸੌਣ ਲੱਗਿਆਂ ਜੇ ਕਿਤੇ ਇਕਾਗਰ ਚਿੱਤ ਹੋ ਜਾਈਏ, ਇਹ ਚੇਤਾ ਰੱਖਿਓ ਵੀ ਮੌਤ
ਇੱਕ ਲੰਮੀ ਨੀਂਦ ਹੈ। ਜਦੋਂ ਸਤਿਗੁਰੂ ਜੀ ਸਾਨੂੰ ਸੁਚੇਤ ਕਰਦੇ ਨਾ ਵੀ ਅੰਮ੍ਰਿਤ ਵੇਲੇ ਜਾਗ, ਤੇ ਆਪਾਂ ਰਜਾਈ ਹੋਰ ਘੁੱਟਦੇ ਆਂ, ਦਿਲਦਰ ਪਾਉਨੇ ਆ, ਤੇ ਸਤਿਗੁਰੂ ਸੁਚੇਤ ਕਰਦੇ ਨੇ, ਕਬੀਰ ਸੂਤਾ ਕਿਆ ਕਰੈ, ਬੈਠਾ ਰਹੋ ਅਰ ਜਾਗ, ਜਾਂਗ ਕੇ ਸੰਗ ਤੇ ਬੀਸ਼ਰਾ, ਤਾਹੀ ਕੇ ਸੰਗ ਲਾਗ। ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗਓ, ਲਾਂਬੇ ਗੋਡ ਪਸਾਰ। ਕਹਿੰਦੇ ਲੰਮੀਆਂ ਤਾਣ ਕੇ ਤੂੰ ਸੌਂ ਜਾਣਾ, ਫਿਰ ਆਵਾਜ਼ਾਂ ਵੀ ਘਰ ਵਾਲਿਆਂ ਮਾਰਨੀਆਂ ਨੇ, ਪਰ ਤੂੰ ਨਹੀਂ ਉੱਠਣਾ। ਇਸ ਤੋਂ ਪਹਿਲਾਂ ਕਿ ਤੂੰ ਪੱਕਾ ਸੌਂ ਜਾਵੇਂ, ਲੰਮੀ ਨੀਂਦ ਸੌਂ ਜਾਵੇਂ, ਉੱਠ ਜਾਗ, ਉਸ ਕਰਤੇ ਪੁਰਖ ਵਾਹਿਗੁਰੂ ਦੇ ਨਾਲ ਜੁੜ। ਸਤਿਗੁਰੂ ਜੀ ਸਾਨੂੰ ਸੁਚੇਤ ਕਰਦੇ ਨੇ ਕਿ ਸੌਣ ਲੱਗਿਆਂ ਜਦੋਂ ਸੋਹਲਾ ਸਾਹਿਬ ਦੀ ਬਾਣੀ ਦਾ ਪਾਠ ਪੜੋ, ਇੱਕ ਤਾਂ ਰੱਬੀ ਵਜਦ ਵਿੱਚ ਜੁੜ ਕੇ ਇਹ ਸਮਝੋ ਵੀ ਜਿਵੇਂ ਸੁਖਮਨੀ ਸਾਹਿਬ ਪੜ੍ਹਦੇ ਹੋ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ, ਸੋਹਲਾ ਸਾਹਿਬ ਵੀ ਇਵੇਂ ਪੜਿਆ ਕਰੋ ਕਿ ਹਉ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ। ਫਿਰ ਸਮਝ ਆਵੇਗੀ ਵੀ ਸੁਖਮਨੀ ਸਾਹਿਬ ਪੜ੍ਹ ਕੇ ਵੀ ਸੁਖ, ਸੋਹਲਾ ਸਾਹਿਬ ਪੜ੍ਹ ਕੇ ਵੀ ਸੁਖ, ਆਨੰਦ ਸਾਹਿਬ ਪੜ੍ਹ ਲਵੋ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਜਪਜੀ ਸਾਹਿਬ ਪੜ੍ਹ ਲਵੋ ਦੁੱਖ ਪਰ ਹਰ ਸੁਖ ਘਰ ਲੈ ਜਾਏ। ਫਿਰ ਕਦੇ ਬਾਣੀ ਵਿੱਚ ਵਿਤਕਰਾ ਨਹੀਂ ਪਾਵਾਂਗੇ। ਸਮੁੱਚੀ ਬਾਣੀ ਸੁਖ ਦੇਣ ਵਾਲੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸ਼ਬਦ ਸਾਡੇ ਘਰਾਂ ਵਿੱਚ ਹੁਕਮਨਾਮੇ ਦੇ ਰੂਪ ਵਿੱਚ ਆਉਣ, ਉੱਥੇ ਵੀ ਕਿਰਪਾ ਦੀ ਗੱਲ, ਗੁਰ ਕਿਰਪਾ ਜੇ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਤੇ ਜੇ ਕਿਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਆ ਜਾਣ, ਗੁਰ ਪੂਰਾ ਕਿਰਪਾ ਧਾਰੀ, ਤੇ ਉਹਦੇ ਵਿੱਚ ਵੀ ਕਿਰਪਾ ਹੈ। ਆਪਾਂ ਨਵਾਂ ਘਰ ਬਣਾਉਨੇ ਤੇ ਨਵੇਂ ਘਰ ਦੇ ਵਿੱਚ ਕਦੇ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਬੋਲ ਪੈਣ ਹੁਕਮਨਾਮੇ ਦੇ ਰੂਪ ਵਿੱਚ, ਤੇ ਨਾਰਾਜ਼ ਨਾ ਹੋਇਆ ਕਰੀਏ ਭਾਈ ਸਾਹਿਬ, ਖੁਸ਼ੀ ਦਾ ਸਮਾਂ ਤੇ ਨੌਵੇਂ ਪਾਤਸ਼ਾਹ ਦਾ ਤੁਸੀਂ ਮੁੱਖ ਵਗ ਲੈ ਲਿਆ। ਨਹੀਂ, ਪੜ੍ਹਦੇ ਅਸੀਂ ਆ ਕਿ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ। ਬਿਰਤੀ ਹੋਵੇ ਸਾਡੀ ਭਾਈ ਲੱਖੀ ਸ਼ਾਹ ਵਣਜਾਰੇ ਵਰਗੀ, ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਸਕਾਰ ਲਈ ਜੇ ਲੋੜ ਪਈ ਤੇ ਘਰ ਨੂੰ ਅੱਗ ਲਾ ਕੇ ਘਰ ਵੀ ਸਾੜ ਦਿੱਤਾ। ਦੱਸ ਦਿੱਤਾ ਸਿੱਖੋ, ਗੁਰੂ ਤੋਂ ਘਰ ਕੁਰਬਾਨ ਕੀਤਾ ਜਾ ਸਕਦਾ ਹੈ, ਪਰ ਘਰ ਦੀ ਖਾਤਰ ਕਦੇ ਗ੍ਰੰਥੀ ਸਿੰਘ ਵੱਲ ਅੱਖਾਂ ਕੱਢ ਕੇ ਨਾ ਵੇਖਿਓ ਵੀ ਨਵਾਂ ਘਰ ਬਣਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਸੋਠ ਮਹੱਲਾ ਨਾਵਾਂ ਤੁਸੀਂ ਮੁੱਖ ਵਗ ਲੈ ਗਿਆ। ਅੱਜ ਜੇ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਾਂ 2021 ਵਿੱਚ ਮਨਾ ਰਹੇ ਹਾਂ ਨਾ, ਤੇ ਸਗੋਂ ਯਤਨ ਕਰੋ ਕਿ ਸਾਡੇ ਘਰ ਗੁਰੂ ਤੇਗ ਬਹਾਦਰ ਸਾਹਿਬ ਬੋਲਣ। ਗੁਰੂ ਤੇਗ ਬਹਾਦਰ ਸਾਹਿਬ ਦਾ ਬਿਰਧ ਤੇ ਕਦੇ ਪੜੋ, ਤੇਗ ਬਹਾਦਰ ਬੋਲਿਆ ਧਰ ਪਈਆ, ਧਰਮ ਨਾ ਛੋਡੀਐ, ਬਾਹਾਂ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹ ਨਾ ਛੋਡੀਐ। ਗੁਰੂ ਤੇਗ ਬਹਾਦਰ ਸਾਹਿਬ ਜਿਹਦੀ ਬਾਹ ਪਕੜ ਲੈਣ, ਫਿਰ ਸਿਰ ਤਾਂ ਕਟਵਾ ਸਕਦੇ ਨੇ, ਪਰ ਬਾਹ ਨਹੀਂ ਜੇ ਛੱਡਦੇ। ਉਸ ਪਕੜੀ ਹੋਈ ਬਾਹ ਦੀ ਲਾਜ ਨਿਭਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਤੱਕ ਕਟਾ ਲੈਂਦੇ ਨੇ। ਫਿਰ ਸਾਨੂੰ ਕਦੇ ਬਾਣੀ ਦੇ ਵਿੱਚ ਅਸੀਂ ਵਖਰੇਵਾਂ ਨਹੀਂ ਪਾਵਾਂਗੇ ਕਿ ਆਹ ਬਾਣੀ ਸੁੱਖ ਦੇਣ ਵਾਲੀ। ਫਿਰ ਤੇ ਸੋਹਲਾ ਸਾਹਿਬ ਵੀ ਪੜਾਂਗੇ ਤੇ ਆਖਾਂਗੇ ਕਿ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ। ਮੈਂ ਵਾਰੀ ਜਾਵਾਂ ਇਸ ਸੋਹਿਲੇ ਤੋਂ ਜਿਹਨੂੰ ਪੜਨ ਨਾਲ ਸਦਾ ਮੈਨੂੰ ਸੁੱਖ ਮਿਲਣਾ। ਉਸ ਸੋਹਿਲਾ ਸਾਹਿਬ ਦੇ ਵਿੱਚ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ, ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਹਰ ਘਰ ਦੇ ਵਿੱਚ ਇਹ ਸੱਦਾ ਪਹੁੰਚ ਰਿਹਾ ਤੇ ਤੂੰ ਉਸ ਸੱਦਣ ਹਾਰੇ ਨਾਲ ਜੁੜ। ਇਸ ਤੋਂ ਪਹਿਲਾਂ ਕਿ ਤੈਨੂੰ ਮੌਤ ਦਾ ਸੱਦਾ ਆਵੇ, ਤੂੰ ਮਾਲਕ ਵਾਲੇ ਪਾਸੇ ਤੁਰ ਤੇ ਮਾਲਕ ਨਾਲ ਜੁੜ, ਕਿਉਂਕਿ ਮੌਤ ਤੋਂ ਪਹਿਲਾਂ ਇੱਕ ਸੱਦਾ ਉਹ ਆਪਣੇ ਨਾਲ ਜੁੜਨ ਵਾਸਤੇ ਵੀ ਭੇਜਦਾ ਕਿ ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿਜ ਛੇਤੀ ਘਰ ਆਓ। ਇਹ ਮੌਤ ਦਾ ਸੱਦਾ ਨਹੀਂ, ਇਹ ਪ੍ਰਮਾਤਮਾ ਨੇ ਆਪਣੇ ਵੱਲ ਸੱਦਾ, ਆਪਣੇ ਵੱਲ ਆਵਾਜ਼ ਮਾਰੀ ਹੈ ਕਿ ਮੌਤ ਦਾ ਸੱਦਾ ਆਉਣ ਤੋਂ ਪਹਿਲਾਂ ਪਹਿਲਾਂ ਤੂੰ ਪਰਮਾਤਮਾ ਵੱਲ ਤੁਰ, ਪਰਮਾਤਮਾ ਨਾਲ ਜੁੜ। ਤੇ ਜਦੋਂ ਤੂੰ ਪਰਮਾਤਮਾ ਨਾਲ ਜੁੜ ਗਿਆ ਤੇ ਫਿਰ ਮੌਤ ਦੇ ਸੱਦੇ ਦਾ ਡਰ ਨਹੀਂ। ਫਿਰ ਚਿੰਤਾ ਇਸ ਗੱਲ ਦੀ ਹੋਵੇਗੀ ਕਿ ਜਨਮ ਤੋਂ ਲੈ ਕੇ ਜਿਹੜਾ ਮੌਤ ਤੱਕ ਦਾ ਸਮਾਂ ਹੈ, ਕੀ ਅਸੀਂ ਇਹਨੂੰ ਸਫਲਾ ਬਣਾਇਆ ਹੈ ਕਿ ਨਹੀਂ ਬਣਾਇਆ। ਸਤਿਗੁਰਾਂ ਬੜੀਆਂ ਉਦਾਹਰਨਾਂ ਦਿੱਤੀਆਂ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਘਰਾਂ ਵਿੱਚ ਦੀਵੇ ਬਲਦੇ ਨੇ, ਦੀਵੇ ਵਿੱਚ ਤੇਲ ਹੈ, ਜਿਵੇਂ ਜਿਵੇਂ ਦੀਵਾ ਬਲਦਾ ਤੇਲ ਮੁੱਕਦਾ ਜਾਂਦਾ, ਜਦੋਂ ਤੇਲ ਮੁੱਕ ਜਾਵੇ ਤੇ ਉਹ ਦੀਵਾ ਬੁੱਝ ਜਾਂਦਾ। ਸਾਹਿਬ ਕਹਿੰਦੇ ਵੇਖ ਉਹ ਬੁਝਿਆ ਹੋਇਆ ਦੀਵਾ ਕਈ ਕਈ ਦਿਨ ਕੋਠੇ ਦੀ ਛੱਤ ਤੇ, ਬਨੇਰਿਆਂ ਤੇ, ਕੰਧਾਂ ਤੇ ਪਿਆ ਰਵੇ, ਘਰਾਂ ਵਿੱਚ ਪਿਆ ਰਵੇ,
ਪਰਤ ਕੇ ਦੀਵਾਲੀ ਸਾਲ ਪਿਛੋਂ ਫੇਰ ਆ ਜਾਵੇ। ਤੇ ਕਈ ਵਾਰ ਉਹ ਬੁਝੇ ਹੋਏ ਦੀਵੇ ਸਾਡੇ ਘਰਾਂ ਵਿੱਚ ਪਏ ਰਹਿੰਦੇ ਨੇ। ਇਹ ਬੰਦਿਆ, ਕਦੇ ਆਪਣੇ ਸਰੀਰ ਵੱਲ ਝਾਤ ਮਾਰ ਕੇ ਵੇਖ, ਜਦੋਂ ਤੇਰੇ ਇਸ ਸਰੀਰ ਰੂਪੀ ਦੀਵੇ ਵਿੱਚੋਂ ਸਵਾਸਾਂ ਰੂਪੀ ਤੇਲ ਮੁੱਕ ਗਿਆ, ਜੋਤ ਰੂਪੀ ਬੱਤੀ ਬੁਝ ਗਈ, ਤੇ ਫਿਰ ਤੈਨੂੰ ਰੱਖਣਾ ਵੀ ਚਾਹੀਏ ਤੇ ਨਹੀਂ ਰੱਖ ਸਕਦੇ, ਕਿਉਂਕਿ ਰੱਖਿਆ ਹੀ ਨਹੀਂ ਜਾ ਸਕਦਾ। ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੈ ਬਾਤੀ ਠਹਿਰਾਨੀ, ਸੂਝਾ ਮੰਦਰ ਹੋਈ ਰੇ ਬੌਰੇ। ਤੋਹੇ ਘਰੀ ਨਾ ਰਾਖੈ ਕੋਈ, ਫਿਰ ਤਾਂ ਕਾਢੋ ਕਾਢੋ ਹੋਈ। ਕਿਉਂਕਿ ਸਿਆਣੇ ਕਹਿੰਦੇ ਨੇ ਘਰ ਵਿੱਚ ਰੱਖਾਂਗੇ ਵੀ ਤੇ ਕੀ ਕਰਾਂਗੇ, ਇਹ ਤਾਂ ਬਿਲਕੁਲ ਡੈਡ ਹੈ, ਬਿਲਕੁਲ ਇਹ ਮਿੱਟੀ ਹੈ। ਇੱਕ ਉਦਾਹਰਨ ਮੇਰੇ ਸਤਿਗੁਰਾਂ ਦਿੱਤੀ ਤਿੜਕੇ ਹੋਏ ਘੜੇ ਦੀ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਵੀ ਘੜਾ ਪਾਣੀ ਨਾਲ ਭਰਿਆ ਹੋਵੇ, ਉਹਦੇ ਵਿੱਚ ਹੋਵੇ ਤਰੇੜ, ਇੱਕ ਇੱਕ ਬੂੰਦ ਕਰਕੇ ਨਿਕਲੇ। ਇੱਕ ਬੂੰਦ ਜ਼ਰੂਰ ਆਖਰੀ ਹੈ ਜਿਹਦੇ ਨਾਲ ਘੜਾ ਖਾਲੀ ਹੋ ਜਾਣਾ। ਇਸੇ ਤਰ੍ਹਾਂ ਸਾਡੇ ਸਰੀਰ ਦਾ, ਸਾਡੇ ਜੀਵਨ ਦੀ ਹਾਲਤ ਹੈ ਕਿ ਸਵਾਸਾਂ ਰੂਪੀ ਬੂੰਦਾਂ ਰੋਜ਼ ਘਟ ਰਹੀਆਂ ਨੇ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਸਤਿਗੁਰਾਂ ਉਦਾਹਰਨ ਦਿੱਤੀ, ਕਹਿਣ ਲੱਗੇ, ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਜੇ ਪਤਾ ਹੋਵੇ ਨਾ ਕਿ ਕੋਈ ਕੀਮਤੀ ਵਸਤੂ ਆ ਤੇ ਹੈ ਥੋੜੀ, ਅਸੀਂ ਸੰਭਾਲ ਕੇ ਰੱਖਦੇ ਹਾਂ। ਜੇ ਇਹ ਸਮਝ ਆ ਜਾਵੇ ਵੀ ਆ ਸਵਾਸਾਂ ਰੂਪੀ ਜਿਹੜੀ ਸਾਡੇ ਕੋਲ ਪੂੰਜੀ ਹੈ ਨਾ, ਕੀਮਤੀ ਬੜੀ ਹੈ ਪਰ ਹੈ ਇਹ ਥੋੜੀ ਹੈ, ਫਿਰ ਕਹਿੰਦੇ ਸੰਭਲ ਬੁੱਕ ਭਰੀ, ਸੰਭਾਲ ਕੇ ਇਹਨੂੰ ਅਜਾਈ ਨਹੀਂ ਜਾਣ ਦੇਵਾਂਗੇ, ਕਿਉਂਕਿ ਇੱਕ ਇੱਕ ਸਵਾਸ ਜਿਹੜਾ ਹੈ ਉਹ ਬੜਾ ਕੀਮਤੀ ਹੈ। ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਵੀ ਦਿੱਤੀ ਹੈ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹਰ ਜਪਦਿਆਂ ਖਿਨ ਢਿਲ ਨਾ ਕੀਜਈ, ਮੇਰੀ ਜਿੰਦੜੀਏ ਮਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ। ਸਤਿਗੁਰਾਂ ਇੱਕ ਉਦਾਹਰਨ ਦਿੱਤੀ ਹੈ ਕੋਠੇ ਦੀ ਛੱਤ ਦੀ, ਵੀ ਜੇ ਬੰਦਾ ਕਵੇ ਵੀ ਮੈਂ ਕੋਠੇ ਦੀ ਛੱਤ ਤੇ ਦੌੜ ਲਾਉਣੀ ਹੈ ਤੇ ਕਦੋਂ ਤੱਕ ਦੌੜ ਹੋਵੇਗੀ, ਆਖਰ ਛੱਤ ਨੇ ਮੁੱਕ ਜਾਣਾ ਤੇ ਸਾਡੀ ਦੌੜ ਵੀ ਮੁੱਕ ਜਾਣੀ ਹੈ। ਲੰਮੀ ਕੰਧ ਹੋਵੇ ਤੇ ਆਪਾਂ ਕਹੀਏ ਵੀ ਆਪਾਂ ਦੌੜਨਾ, ਜਾਂ ਤਨ ਤੇ ਜਿਹੜੇ ਕੱਪੜੇ ਪਹਿਨਦੇ ਆ ਕਿੰਨਾ ਕੁ ਚਿਰ ਪਹਿਨਾਂਗੇ, ਇੱਕ ਦਿਨ ਉਹ ਪੁਰਾਣੇ ਹੋ ਕੇ ਫਟ ਜਾਣੇ ਨੇ, ਸਾਨੂੰ ਬਦਲਨੇ ਪੈਣੇ ਨੇ। ਭੀਤ ਊਪਰੇ ਕੇਤਕ ਧਾਈਐ, ਅੰਤ ਔਰ ਕੋ ਆਹਾ। ਜੈਸੇ ਬਸਤਰ ਦੇ ਉਡਾਨੇ, ਦਿਨ ਦੋਏ ਚਾਰ ਪੁਰਾਹਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਆ ਖੇਤਾਂ ਵਿੱਚ ਕੰਮ ਕਰਦਿਆਂ ਵੇਖਦੇ ਹਾਂ ਸੱਪ ਦੀ ਕਰਕੁੰਝ, ਤੇ ਸਾਡੀ ਆਤਮਾ ਉੱਪਰ ਜਿਹੜਾ ਸਰੀਰ ਹੈ ਨਾ, ਇਹ ਸੱਪ ਦੀ ਕੁੰਝ ਵਰਗਾ ਹੀ ਹੈ। ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ। ਆਜ ਕਾਲ ਤਜ ਜਾਓਗੇ, ਜਿਉ ਕਾਂਚਰੀ ਭੁਯੰਗ। ਜਿਵੇਂ ਸੱਪ ਆਪਣੀ ਕਰਕੁੰਝ ਤਿਆਗ ਜਾਂਦਾ, ਇਹ ਜੀਵ ਇੱਕ ਨਾ ਇੱਕ ਦਿਨ ਤੂੰ ਆਤਮਾ ਕਰਕੇ ਇਹਦੇ ਵਿੱਚੋਂ ਨਿਕਲ ਜਾਣਾ ਹੈ। ਇਹ ਸਰੀਰ ਆਤਮਾ ਦਾ ਕਬਰ ਹੈ। ਜਪਜੀ ਸਾਹਿਬ ਵਿੱਚ ਪੜ੍ਹ ਲਵੋ, ਗਾਵੇ ਕੋ ਜੀ ਲੈ ਫਿਰ ਦੇ। ਪਰਮਾਤਮਾ ਨੂੰ ਲੋਕ ਵੱਖਰੇ ਵੱਖਰੇ ਤਰੀਕਿਆਂ ਨਾਲ ਗਾਉਂਦੇ ਨੇ। ਇੱਕ ਫਿਰਕਾ ਉਹ ਵੀ ਹੈ ਜਿਹੜਾ ਇਸ ਤਰ੍ਹਾਂ ਗਾ ਰਿਹਾ, ਇਹ ਮਾਲਕ ਤੂੰ ਹੀ ਉਹ ਸਰੀਰ ਵਿੱਚ ਜੀਵ ਆਤਮਾ ਪਾਉਣਾ ਤੇ ਤੂੰ ਹੀ ਉਹ ਸਰੀਰ ਵਿੱਚੋਂ ਜੀਵ ਆਤਮਾ ਕੱਢਣਾ। ਆਸਾ ਦੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਦੇ ਲੈਸੈਂ ਜਿੰਦ ਕਵਾਓ। ਜਿੰਦ ਦਾ ਅਰਥ ਜੀਵ ਆਤਮਾ ਤੇ ਕਵਾਓ ਦਾ ਅਰਥ ਕਵਚ, ਕਵਰ, ਸਰੀਰ ਸਾਡਾ। ਪਰਮਾਤਮਾ ਦਿੰਦਾ ਵੀ ਹੈ ਤੇ ਪਰਮਾਤਮਾ ਲੈ ਵੀ ਲੈਂਦਾ। ਦੁਨਿਆਵੀ ਤੌਰ ਤੇ ਆਪਾਂ ਕਈ ਵਾਰ ਡਾਕਟਰ ਦਾਵਾ ਕਰਦਾ, ਪਰ ਸਾਹਿਬ ਨੇ ਕਿਹਾ ਸੀ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ। ਜਦੋਂ ਸੱਚਮੁੱਚ ਮਾਲਕ ਦੇ ਵਿਛੋੜੇ ਦਾ ਅਹਿਸਾਸ ਹੋਵੇ, ਉਸ ਪੀੜਾ ਨੂੰ ਡਾਕਟਰ ਨਹੀਂ ਦੂਰ ਕਰ ਸਕਦਾ। ਜਦੋਂ ਸਵਾਸਾਂ ਦੀ ਗਿਣਤੀ ਮੁੱਕ ਜਾਵੇ ਤੇ ਡਾਕਟਰ ਦਾਵਾ ਵੀ ਕਰੇ, ਵੈਦ ਕਹੇ ਹਉ ਹੀ ਭਲਾ, ਦਾਰੂ ਮੇਰਾ ਵਸ। ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੈ ਖਸ। ਸਰੀਰ ਦੇ ਅੰਦਰ ਜਿਹੜੀ ਆਤਮਾ ਹੈ ਉਹ ਇਸ ਦੁਨੀਆ ਦੀ ਹੈ ਹੀ ਨਹੀਂ। ਉਸ ਆਤਮਾ ਨੂੰ ਨਾ ਕੋਈ ਟੀਕਾ ਲੱਗਦਾ, ਨਾ ਉਹਨੂੰ ਕੋਈ ਗੋਲੀ ਦਿੱਤੀ ਜਾਂਦੀ, ਉਹ ਤੇ ਪਰਮਾਤਮਾ ਦੀ ਵਸਤੂ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਤੁਹਾਡੇ ਵਿੱਚੋਂ ਜਿਨ੍ਹਾਂ ਨੇ 10ਵੀਂ ਤੱਕ ਦੀ ਸਾਇੰਸ ਪੜ੍ਹੀ ਹੋਵੇਗੀ, ਜਦੋਂ H2O ਹਾਈਡਰੋਜਨ ਪਲੱਸ ਆਕਸੀਜਨ ਲਿਖ ਕੇ ਅੱਗੇ ਤੀਰ ਦਾ ਨਿਸ਼ਾਨ ਪਾ ਕੇ ਆਪਾਂ ਲਿਖਦੇ ਸਾਂ ਪਾਣੀ, ਵੀ ਹਾਈਡਰੋਜਨ ਤੇ ਆਕਸੀਜਨ ਦੋਵੇਂ ਜੁੜ ਜਾਣ ਤੇ ਪਾਣੀ ਬਣਦਾ। ਸਾਡੇ ਜੀਵਨ ਦੀ ਪਰਿਭਾਸ਼ਾ ਵੀ ਹੈ ਸਰੀਰ ਪਲੱਸ ਆਤਮਾ। ਸਰੀਰ ਨੂੰ ਕਿਹਾ ਖਾਕ ਤੇ ਆਤਮਾ ਨੂੰ ਕਿਹਾ ਨੂਰ। ਖਾਕ ਪਲੱਸ ਨੂਰ ਬਣਦਾ ਹੈ ਜੀਵਨ।
ਜਦੋਂ ਖਾਕ ਤੇ ਨੂਰ ਦੋਵੇਂ ਇੱਕ ਦੂਜੇ ਨਾਲ ਮਿਲ ਜਾਂਦੇ ਨੇ ਤੇ ਸਾਹਿਬ ਕਹਿੰਦੇ ਵੇਖ ਮਾਲਕ ਦੀ ਕਲਾ, ਜਿਨ ਕੀਤਾ ਮਾਟੀ ਤੇ ਰਤਨ। ਤੂੰ ਕੀਮਤੀ ਰਤਨ ਬੜਾ ਸੰਭਾਲ ਸੰਭਾਲ ਕੇ ਰੱਖਣਾ, ਪਰ ਆ ਤੇਰਾ ਸਰੀਰ ਮਿੱਟੀ, ਤੇਰੇ ਵਿੱਚ ਆਤਮਾ ਪਾ ਕੇ ਤੈਨੂੰ ਮਿੱਟੀ ਤੋਂ ਰਤਨ ਬਣਾ ਦਿੱਤਾ, ਤੈਨੂੰ ਬੋਲਣ ਦੀ ਸ਼ਕਤੀ ਦੇ ਦਿੱਤੀ, ਤੈਨੂੰ ਚੱਲਣ ਦੀ ਸ਼ਕਤੀ ਦੇ ਦਿੱਤੀ, ਤੂੰ ਵੇਖ ਸਕਦਾ ਹੈ, ਤੂੰ ਸਾਰਾ ਕੁਝ ਅਨੁਭਵ ਕਰ ਸਕਦਾ ਹੈ। ਪਰ ਜਦੋਂ ਮਾਲਕ ਨੇ ਆਪਣੀ ਜੋਤ ਖਿੱਚ ਲਈ ਤੇ ਫਿਰ ਢਹਿ ਢੇਰੀ ਹੋ ਜਾਣਾ, ਉਸ ਵੇਲੇ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਹੈ, ਕਿਉਂਕਿ ਸੂਤ ਖਿੰਚੈ ਢਹਿ ਢੇਰੀ ਹੋਏ। ਸਤਿਗੁਰੂ ਜੀ ਨੇ ਐਸੀਆਂ ਉਦਾਹਰਨਾਂ ਦੇ ਕੇ ਸਮਝਾਇਆ ਹੈ। ਬਾਬਾ ਫਰੀਦ ਜੀ ਜਿਹੜੇ ਬਿਲਕੁਲ ਲਹਿੰਦੀ ਠੇਠ ਪੰਜਾਬੀ ਵਿੱਚ ਸਾਨੂੰ ਸਿੱਖਿਆ ਦਿੰਦੇ ਨੇ। ਵੈਸੇ ਸਾਰੀ ਬਾਣੀ ਗੁਰਮੁਖੀ ਹੈ, ਭਾਸ਼ਾ ਇੱਕ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਸ਼ਲੋਕ ਨੇ ਉਹ ਹਿੰਦੀ ਭਾਸ਼ਾ ਹੈ, ਪਰ ਲਿਖੇ ਗੁਰਮੁਖੀ ਵਿੱਚ ਨੇ। ਸਮੁੱਚੀ ਬਾਣੀ ਗੁਰਮੁਖੀ ਵਿੱਚ ਲਿਖੀ ਹੈ, ਪਰ ਉਹਦੇ ਵਿੱਚ ਅਰਬੀ ਵੀ ਹੈ, ਸੰਸਕ੍ਰਿਤੀ ਵੀ ਹੈ, ਮਰਾਠੀ ਵੀ ਹੈ। ਜਿਵੇਂ ਭਗਤ ਨਾਮਦੇਵ ਜੀ ਦੇ ਬਚਨ ਨੇ, ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰਵੀ, ਕਿਉਂਕਿ ਮਹਾਰਾਸ਼ਟਰ ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਤੇ ਘੁਮਾਣ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਅੰਤਲਾ ਸਮਾਂ ਭਗਤ ਨਾਮਦੇਵ ਜੀ ਦਾ। ਪਰ ਉਹਨਾਂ ਦੀ ਬੋਲੀ ਮਰਾਠੀ ਹੈ, ਪਰ ਲਿਖੇ ਸ਼ਬਦ ਗੁਰਮੁਖੀ ਵਿੱਚ ਨੇ। ਇਸੇ ਤਰ੍ਹਾਂ ਜੇ ਠੇਠ ਪੰਜਾਬੀ, ਲਹਿੰਦੀ ਪੰਜਾਬੀ ਜਿਹੜੀ ਆ, ਉਹ ਬਾਬਾ ਫਰੀਦ ਜੀ, ਜਿਨ੍ਹਾਂ ਨੇ ਕੋਠਿਆਂ ਦੀਆਂ ਉਦਾਹਰਨਾਂ ਵਰਤੀਆਂ ਨੇ, ਮਹਿਲ ਮਾੜੀਆਂ ਦੀਆਂ ਉਦਾਹਰਨਾਂ ਵਰਤੀਆਂ ਨੇ। ਬਾਬਾ ਜੀ ਕਹਿਣ ਲੱਗੇ, ਐ ਮੇਰੀ ਜਿੰਦੇ, ਤੇਰੇ ਨਾਲੋਂ ਤੇ ਆ ਮੇਰੀ ਜਿਹੜੀ ਗੋਦੜੀ ਹੈ ਨਾ, ਕਦੇ ਫਰੀਦਕੋਟ ਜਾਓ ਤੇ ਬਾਈਪਾਸ ਜਦੋਂ ਆਪਾਂ ਲੰਘਦੇ ਆ ਮੈਡੀਕਲ ਕਾਲਜ ਤੋਂ ਪਹਿਲਾਂ ਸੱਜੇ ਪਾਸੇ ਗੁਰਦੁਆਰਾ ਗੋਦੜੀ ਸਾਹਿਬ ਆਉਂਦਾ ਹੈ, ਬਾਬਾ ਫਰੀਦ ਜੀ ਦੀ ਯਾਦ ਵਿੱਚ, ਫਰੀਦਕੋਟ। ਬਾਬਾ ਜੀ ਆਪਣੀ ਗੋਦੜੀ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਵੀ ਐ ਮੇਰੀ ਜਿੰਦੇ, ਤੇਰੇ ਨਾਲੋਂ ਤੇ ਆ ਗੋਦੜੀ ਦੀ ਮਨਿਆਦ ਜ਼ਿਆਦਾ। ਕਿਉਂ? ਕਿਉਂਕਿ ਇਹਨੂੰ ਕਮ ਸੇ ਕਮ ਤੋਪੇ ਤੇ ਲੱਗੇ ਹੋਏ ਨੇ, ਪਰ ਇਹ ਆਤਮਾ ਤੈਨੂੰ ਸਰੀਰ ਨਾਲ ਕੋਈ ਤੋਪਾ ਨਹੀਂ ਲੱਗਾ ਹੋਇਆ। ਤੇਰਾ ਕੀ ਪਤਾ ਕਦੋਂ ਸਰੀਰ ਨਾਲੋਂ ਤੂੰ ਵੱਖ ਹੋ ਜਾਣਾ ਹੈ। ਬਾਬਾ ਫਰੀਦ ਜੀ ਨੇ ਬਚਨ ਕਹੇ, ਕਹਿਣ ਲੱਗੇ, ਫਰੀਦਾ ਖਿੰਥੜ ਮੇਖਾਂ ਅਗਲੀਆਂ। ਖਿੰਥੜ ਕਹਿੰਦੇ ਨੇ ਖਿੰਥਾ ਗੋਦੜੀ ਨੂੰ, ਮੇਖਾਂ ਕਹਿੰਦੇ ਨੇ ਤੋਪੇ ਕਹਿ ਲਵੋ, ਕਿੱਲ ਕਹਿ ਲਵੋ, ਮੇਖਾਂ ਕਹਿ ਲਵੋ। ਅਗਲੀਆਂ ਦਾ ਅਰਥ ਹੁੰਦਾ ਬਹੁਤੀਆਂ। ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ। ਵੇਖੋ ਕਈ ਵਾਰ ਆਪਾਂ ਇਹ ਸ਼ਲੋਕ ਸੁਣਿਆ ਹੋਵੇਗਾ, ਆਮ ਕਰਕੇ ਪਿੰਡਾਂ ਵਿੱਚ ਇਹ ਰਿਵਾਜ ਵੀ ਹੈ ਵੀ ਜੇ ਕਿਸੇ ਕੋਲ ਸਮਾਂ ਨਾ ਵੀ ਹੋਵੇ ਨਾ, ਤੋ ਕਹਿੰਦੇ ਵੀ ਚਲੋ ਬਾਬਾ ਫਰੀਦ ਜੀ, ਬਾਬਾ ਕਬੀਰ ਜੀ ਦੇ ਜਾਂ ਨੌਵੇਂ ਪਾਤਸ਼ਾਹ ਦੇ ਜਿਹੜੇ ਭੋਗ ਸਮੇਂ ਸ਼ਲੋਕ ਨੇ ਆਪਾਂ ਸੁਣਦੇ ਹਾਂ। ਪਰ ਜੇ ਕਿਤੇ ਸੁਣੋ ਧਿਆਨ ਨਾਲ, ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਸਤਿਗੁਰਾਂ ਉਦਾਹਰਨ ਦਿੱਤੀ, ਕਹਿਣ ਲੱਗੇ ਜਦੋਂ ਪਹਾੜਾਂ ਤੇ ਬਰਫ਼ ਪੈਂਦੀ ਹੈ ਨਾ, ਤੇ ਬਹੁਤ ਸਾਰੇ ਗੁੱਜਰ ਲੋਕ ਆਪਣੀਆਂ ਮੱਝਾਂ ਗਾਵਾਂ ਲੈ ਕੇ ਜਿੱਥੇ ਮੈਦਾਨੀ ਇਲਾਕੇ ਵਿੱਚ ਹਰੀ ਹਰੀ ਚਾਰਗਾ ਹੁੰਦੀ ਹੈ ਨਾ, ਉੱਥੇ ਪਹੁੰਚ ਜਾਂਦੇ ਨੇ। ਉਹਨੂੰ ਗੋਇਲਵਾਸਾ ਕਿਹਾ ਜਾਂਦਾ ਹੈ। ਪਰ ਜਦੋਂ ਫਿਰ ਮੌਸਮ ਤਬਦੀਲ ਹੁੰਦਾ ਹੈ ਤੇ ਉਹ ਫਿਰ ਗੁੱਜਰ ਲੋਕ ਆਪਣੇ ਵਤਨ ਵੱਲ, ਆਪਣੇ ਘਰਾਂ ਵੱਲ ਪਰਦੇ ਸਾਨੂੰ ਦਿਖਾਈ ਦਿੰਦੇ ਨੇ। ਜਗਤ ਵਿੱਚ ਸਾਡਾ ਗੋਇਲਵਾਸਾ ਹੈ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਪ ਪਸਾਰ, ਮੋਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਹਰ ਗੁਣ ਗਾਓ ਮਨਾ, ਸਤਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਮੇਰੀ ਮੇਰੀ ਕਿਆ ਕਰੈ, ਜਿਨ ਦੀਆ ਸੋ ਪ੍ਰਭ ਲੋੜ। ਸਰ ਪਰ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ। ਉਦਾਹਰਨ ਦਿੱਤੀ, ਕਹਿਣ ਲੱਗੇ, ਜੈਸੇ ਰੈਣ ਪਰੌਣੇ, ਉੱਠ ਚਲਸੈਂ ਪ੍ਰਭਾਤ। ਕਿਆ ਤੂੰ ਰੱਤਾ ਗ੍ਰਸਤ ਸਿਉ, ਸਭ ਫੁੱਲਾਂ ਕੀ ਬਗਾਤ। ਜਿਵੇਂ ਖਿੜਿਆ ਫੁੱਲ ਮੁਰਝਾ ਜਾਂਦਾ, ਜਿਵੇਂ ਘਰ ਵਿੱਚ ਆਇਆ ਹੋਇਆ ਪ੍ਰਾਹੁਣਾ ਵਾਪਸ ਚਲਿਆ ਜਾਂਦਾ। ਸਾਡੇ ਘਰ ਕੋਈ ਪ੍ਰਾਹੁਣਾ ਆਵੇ ਨਾ, ਆਪਾਂ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆਂ, ਮਨੋਰੰਜਨ ਕਰੀਦਾ, ਚਾਹ ਪਾਣੀ ਪੁੱਛੀਦਾ, ਪ੍ਰਸ਼ਾਦਾ ਛਕਾਈਦਾ। ਪਰ ਸਿਆਣਾ ਪ੍ਰਾਹੁਣਾ ਸਾਰਾ ਕੁਝ ਵੇਖੋ ਗੱਲਾਂ ਬਾਤਾਂ ਵਿੱਚ ਵੀ ਧਿਆਨ ਰੱਖਦਾ, ਜੋ ਕੁਝ ਛਕਾਈਏ ਉਹ ਛਕਦਾ ਵੀ ਹੈ। ਪਰ ਉਹ ਇਹ ਸਮਝਦਾ ਵੀ ਇੱਥੇ ਮੈਂ ਪ੍ਰਾਹੁਣਾ ਹਾਂ, ਮੇਰਾ ਇਹ ਘਰ ਨਹੀਂ ਹੈ। ਮੇਰਾ ਘਰ ਉਹ ਹੈ ਜਿੱਥੋਂ ਮੈਂ ਆਇਆ ਹਾਂ। ਤੇ ਜੇ ਸੱਚੀ ਮੁੱਚੀ ਘਰ ਆਇਆ ਪ੍ਰਾਹੁਣਾ ਕਵੇ ਵੀ ਮੈਂ ਘਰ ਦਾ ਹੀ ਮਾਲਕ ਹਾਂ, ਤੇ ਉਹਦੀ ਕੀ ਹਾਲਤ ਹੋਵੇਗੀ। ਅਸੀਂ ਪ੍ਰਾਹੁਣੇ ਬਣ ਕੇ, ਮਹਿਮਾਨ ਬਣ ਕੇ ਜਗਤ ਵਿੱਚ ਆਏ ਹਾਂ, ਪਰ ਜਗਤ ਨੂੰ ਆਪਣਾ ਸਮਝੀ ਬੈਠੇ ਹਾਂ। ਸਭ ਕਹਿਣ ਲੱਗੇ, ਜਿਵੇਂ ਪ੍ਰਾਹੁਣਾ ਆਇਆ ਤੇ ਪ੍ਰਾਹੁਣਾ ਵਾਪਸ ਚਲਿਆ ਗਿਆ, ਇਸੇ ਤਰ੍ਹਾਂ ਜਗਤ ਵਿੱਚ ਤੂੰ ਮਹਿਮਾਨ ਦੀ ਤਰ੍ਹਾਂ ਆਇਆ,
ਤੇ ਇੱਕ ਦਿਨ ਜਦੋਂ ਮਾਲਕ ਦਾ ਸੱਦਾ ਆਇਆ, ਤੈਨੂੰ ਇਸ ਸੰਸਾਰ ਤੋਂ ਤੁਰਨਾ ਪੈਣਾ। ਬਹੁਤ ਸਾਰੀਆਂ ਉਦਾਹਰਨਾਂ ਜਿਵੇਂ ਬਾਣੀ ਵਿੱਚ ਵਰਤੀਆਂ ਨੇ। ਇੱਕ ਉਰਦੂ ਦੇ ਕਵੀ ਨੇ ਲਿਖਿਆ, ਜਿਸ ਜਗ੍ਹਾ ਥਾ ਚਮਕਾ ਜਲਸਾ ਅਰ ਖੁਸਰੂ ਕਾ ਮਹਲ, चांद कब्रों के सिवा अब तो कुछ भी नहीं, गूंजते थे जिनके डंकों से जमीनों आसमां, दौर खामोशी का हूं ना हां कुछ भी नहीं। आ शरीर की आ, कहंदे जिवें एक मकान होवे ना, ते मकान दी छत हुंदी है, थमले हुंदे ने, कंधां हुंदियां ने, पर शरीर दी हालत बाणी विच वर्णन कीती है कि जल की भीत पवन का थंबा रकत बुंद का गारा। पानी दियां कंधां, जल की भीत, भीत कंधां नूं कहंदे ने। पवन का थंबा सवासां रूपी थंब ने। रकत बुंद का गारा, पिता दे बिंद ते माता दे रकत, ये गारा बनिया ते साडा शरीर जिहड़ा इहदी इमारत होंद विच आई। हाड़ मास नाड़ी को पिंजर, उवें सरिया पाउने आ, बजरी सीमट रेत वरतदे आ, पर साडे शरीर दे संभाल अंदर हाड़ मास नाड़ी को पिंजर, पंखी बसै बेचारा, ओड़ा विच पंछी वसदा सी, वो उड़ गया, वो चलिया गया, बाकी पिंजरा शरीर रह गया। उस कवि दे बोल ने कि आदमी का जिस्म क्या है जिस पे शैदा है जहां, एक मिट्टी की इमारत एक मिट्टी का मकान, चूना गारा खून इसका ईंटें इसकी हड्डियां, चांद सवासों पे खड़ा जे ख्याली आसमां, मौत की पुरजोर आंधी जब इससे टकराएगी, देख लेना जे इमारत टूट कर गिर जाएगी। भाई वीर सिंह दा एक बोल मैं आप नाल साझा करके समाप्ति करां। कहंदे एक दिन बड़े जोर दी वरखा होई, ते जदों वरखा होई ते जिहड़ी कपड़े सुकाउण वाली बाहर तार सी ना, भाई वीर सिंह जी उहदे कोल आए ते आण के वेख के हैरान हो गए। कहण लगे भी बड़े तुबके, बड़ियां बूंदां उस तार नाल लटक रहीआं सन, एक एक करके थल्ले डिग के खत्म हो गईयां। एक आखिरी बूंद ਜਿਹੜੀ थल्ले नूं लटक रही सी, इंज लग रहा सी भी जिवें डिगना चाहुंदी है, थल्ले वेखदी पर डिगदी नहीं। जदों पुछया भाई वीर सिंह होणां ने, कहण लगे की कारण, ते उस तुपके दा, उस बूंद दा उत्तर सी भी जदों अरशां तो चले सां, लखां साथी इकट्ठे हो के चले सां, एक एक करके सारे खत्म हो गए। वो तुपका कहण लगा मैं वेख रिहा भी वो किधर नूं चले गए ने। भाई वीर सिंह होणां ने सानू सिक्ख्या दित्ती, कहण लगे मींह पै हटिया, तार नाल एक तुपका सी लटकंदा, डिगदा जापे पर ना डिगै, पुछया रोए सुनंदा, अरशां तो लखां ही साथी इकट्ठे होसां आए, कित वल लोप जार ओ होए, मैं ला नीज तकंदा। ये सच जे कि संसार विच जदों आस पास वेखदे आ ते इंज लगदा भी जिहड़े कल कोल सन, जिहड़े सज्जे खब्बे सन, अज ओह किधर चले गए। क्योंकि संसार जिहड़ा है चलो चलाई दा मेला है। भावें कारण बुढ़ापा बने, कोई लम्मी बीमारी बने, कोई दुर्घटना बने, चाहे कुदरती मौत होवे, जदों मालक दा सद्दा आ जांदा है, साहब कहंदे जिस की पुज्जै औध तिसै कौन राखई, लखां यतन कर लईए ओनू नहीं रखिया जा सकदा। ते जिन्नू आप बचाउणा चाहे, जिसका सास ना काढ़त आप, तांको राखत देकर हाथ। जिन्नू बचाउणा चाहे ओनू दुनिया दी कोई ताकत मार नहीं सकदी। ते जिन्नू सचमुच मालक दा सद्दा आ जावे, लखां यतन करिए, मलकल मौत जां आवसी सब दरवाजे भन, राजा परजा सम कर मारे ऐसो काल बिडानी रे। उत्थे राजा होया, परजा हुई, मूर्ख होया, कोई ज्ञानी होया, कोई सधारण व्यक्ति होवे ते कोई बहुत वड्डा मानो संसार दे विच सुगड़ सियाणा होवे। साहब कहंदे जदों मौत दा सद्दा आ जांदा है ना, ते उदों उस मौत तो कोई भी नहीं बच सकदा। इसे लड़ी दे दौरान सरदार मोहन सिंह जी जो पिछले दिनी अकाल चलाना कर गए सन, उन्हां दे निमित्त तुसी सारे दूरों नेड़ियों चल के अज गुरु चरनां दे विच जुड़ बैठे हो।
ਸਤਿਗੁਰੂ ਸਾਹਿਬ ਜੀ ਇਸ ਪਰਿਵਾਰ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ, ਪਰਿਵਾਰ ਅੰਦਰ ਸੁਖ ਸ਼ਾਂਤੀ ਬਖਸ਼ਿਸ਼ ਕਰਨ, ਉਸ ਵਿਛੜੀ ਹੋਈ ਸ਼ਖਸੀਅਤ ਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਕਿਉਂਕਿ ਜਦੋਂ ਵੀ ਸਾਡੀ ਅਰਦਾਸ ਹਿਰਦੇ ਵਿੱਚੋਂ ਨਿਕਲਦੀ ਹੈ ਉਹ ਇਹੀ ਹੈ ਕਿ ਮਾਲਕ ਜੀ, ਚਾਹੇ ਆਪਾਂ ਸਰੀਰ ਵਿੱਚ ਆਂ ਤੇ ਚਾਹੇ ਸਰੀਰੋਂ ਬਾਹਰ ਆਂ, ਸਾਨੂੰ ਆਪਣੀ ਨੇੜਤਾ ਬਖਸ਼ਿਸ਼ ਕਰੋ। ਜਦੋਂ ਮਾਲਕ ਦੀ ਨੇੜਤਾ ਮਿਲ ਜਾਵੇ ਤੇ ਸੱਚਮੁੱਚ ਮਨੁੱਖਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਜਾਂਦਾ ਹੈ। ਜਿੱਥੇ ਅੱਜ ਬਹੁਤ ਸਾਰੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਇੱਥੇ ਹਾਜ਼ਰੀ ਲਵਾਉਣ ਲਈ ਪਹੁੰਚੀਆਂ ਨੇ, ਉੱਥੇ ਸਾਡੇ ਸਤਿਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸੇ ਤਰ੍ਹਾਂ ਸਰਦਾਰ ਬਘੇਲ ਸਿੰਘ ਜੀ ਮੈਨੇਜਰ ਸਾਹਿਬ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਦੀ ਇਸ ਪਰਿਵਾਰ ਦੇ ਨਾਲ ਕੁੜਮਾਚਾਰੀ ਦੇ ਤੌਰ ਤੇ ਰਿਸ਼ਤੇਦਾਰੀ ਵੀ ਹੈ, ਉਹ ਵੀ ਇੱਥੇ ਪਹੁੰਚੇ ਨੇ। ਤੇ ਮੈਂ ਉਹਨਾਂ ਨਾਲ ਜ਼ਿਕਰ ਕਰ ਰਿਹਾ ਸੀ, ਮੈਂ ਇਹ ਕਹਿ ਰਿਹਾ ਸੀ ਕਿ ਸਾਡਾ ਨਗਰ ਭਿੱਟੇਵੱਡ ਹੈ, ਪਰ ਸਾਡੇ ਨਾਨਕੇ ਤੇ ਸਰਦਾਰ ਮੋਹਨ ਸਿੰਘ ਹੋਣਾ ਦੇ ਨਾਨਕੇ ਇੱਕੋ ਜਗ੍ਹਾ ਨੇ, ਪਿੰਡ ਸ਼ੀਨਾ। ਇਹੀ ਕਾਰਨ ਕਿ ਇਹਨਾਂ ਦੇ ਪਰਿਵਾਰ ਨਾਲ ਵੀ ਸਾਡਾ ਕਾਫੀ ਮੇਲ ਮਿਲਾਪ ਤੇ ਆਉਣ ਜਾਣ ਰਿਹਾ। ਜਦੋਂ ਦਾਸ ਇੱਥੇ ਆਪਣੇ ਨਗਰ ਵਿਖੇ ਹੁੰਦਾ ਸੀ, ਹੁਣ ਰੁਝੇਵੇਂ ਇੰਨੇ ਨੇ ਕਿ ਕਈ ਵਾਰ ਮਹੀਨਾ 2 ਮਹੀਨੇ ਘਰ ਵੀ ਨਹੀਂ ਆਇਆ ਜਾਂਦਾ, ਕਿਉਂਕਿ ਹੁਣ ਇੰਜ ਲੱਗਦਾ ਵੀ ਜਿਵੇਂ ਸਾਰੀ ਸੰਗਤ ਹੀ ਆਪਣਾ ਪਰਿਵਾਰ ਹੋਵੇ। ਸੋ ਹੁਣ ਵੀ ਦਾਸ ਨੇ ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਸੇਵਾ ਹੈ, ਡਿਊਟੀ ਹੈ, ਉੱਥੇ ਪਹੁੰਚਣਾ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ। ਇੰਨਾ ਸਮਾਂ ਨਹੀਂ ਕਿ ਦਾਸ ਹੋਰ ਅੱਗੇ ਵਿਸਤਾਰ ਵਿੱਚ ਜਾ ਸਕੇ। ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਹੜੇ ਆਪ ਆਪਣੀ ਰਹਿਨਮਾਈ ਬਖਸ਼ਿਸ਼ ਕਰ ਰਹੇ ਨੇ। ਤੇ ਆਪ ਸਾਰੀਆਂ ਸੰਗਤਾਂ ਅੰਤਮ ਅਰਦਾਸ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਲਈ ਦੂਰੋਂ ਨੇੜਿਓਂ ਚੱਲ ਕੇ ਆਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਜੋ ਸਰਦਾਰ ਮੋਹਨ ਸਿੰਘ ਹੋਣਾ ਦੇ ਸੁਪੁੱਤਰ ਨੇ, ਉਹਨਾਂ ਨੂੰ ਜੋ ਦਸਤਾਰ ਹੈ ਉਹ ਦਿੱਤੀ ਜਾਣੀ ਹੈ। ਮੈਂ ਬੇਨਤੀ ਕਰਾਂਗਾ ਸਰਦਾਰ ਬਘੇਲ ਸਿੰਘ ਜੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਉਹ ਵੀ ਆ ਜਾਣ ਅਤੇ ਕਾਕੇ ਨੂੰ ਵੀ ਆਵਾਜ਼ ਮਾਰ ਲੈਣ ਤਾਂ ਕਿ ਉਹ ਦਸਤਾਰ ਦਿੱਤੀ ਜਾ ਸਕੇ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਮਾਏ, ਸਤਿਗੁਰੂ ਮੈਂ ਪਾਇਆ।